ਸਰਕਾਰਾਂ ਨੂੰ ਇਹ ਗਲਤਫਹਿਮੀ ਹੈ ਕਿ ਉਹ ਇਹਨਾਂ ਤਰੀਕਿਆਂ ਦੇ ਨਾਲ ਸੱਚ ਨੂੰ ਦਬਾ ਲੈਂਦੇ ਆ। ਮੇਰੀ ਉਹਨਾਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਹੈ ਕਿ ਉਹ ਹੋਰ ਕੁਝ ਨਾ ਪੜ੍ਹਨ, ਉਹ ਘੱਟੋ ਘੱਟ ਦੁਨੀਆ ਦਾ ਇਤਿਹਾਸ ਜ਼ਰੂਰ ਪੜ੍ਹ ਲੈਣ। ਇਹ ਕੱਟੜਤਾ ਸਭ ਤੋਂ ਵੱਡੀ ਦੁਸ਼ਮਣ ਹੋ ਚੁੱਕੀ ਹੈ ਸਿੱਖਾਂ ਦੀ। ਸਿੱਖ ਧਰਮ ਦੇ ਵਿੱਚ ਕੱਟੜਤਾ ਲਈ ਕੋਈ ਸਥਾਨ ਨਹੀਂ। ਉਹ ਖਾਲਸਾ ਰਾਜ ਦੇ ਉੱਪਰ ਫਸ ਕੇ ਬਹਿ ਗਏ ਨੇ, ਉਹ ਖਾਲਿਸਤਾਨ ਦੇ ਉੱਪਰ ਫਸ ਕੇ ਬਹਿ ਗਏ ਨੇ, ਲੇਕਿਨ ਜਿਹੜੀ ਅਧਿਆਤਮਿਕ ਤੌਰ ਤੇ ਖਾਲਸ ਹੋਣ ਦਾ ਜਿਹੜਾ ਕਨਸੈਪਟ ਹੈ ਉਹਨਾਂ ਨੇ ਉਸ ਨੂੰ ਕਿਤੇ ਪਿੱਛੇ ਛੱਡਤਾ। ਸਭ ਤੋਂ ਵੱਡੀ ਗੱਲ, ਇੱਕ ਅਧਿਆਤਮਿਕ ਤੌਰ ਤੇ ਜਿਹੜਾ ਸ਼ੁੱਧ ਸਿੱਖ ਹੈ ਨਾ, ਉਹ ਦੁਨੀਆ ਦਾ ਸਭ ਤੋਂ ਵੱਡਾ ਮਾਨਵਵਾਦੀ ਹੈ। ਜਿਹੜਾ ਸਾਬਤ ਸੂਰਤ ਸਿੱਖ ਹੀ ਨਹੀਂ, ਜਿਵੇਂ ਤੁਹਾਨੂੰ ਲੈ ਕੇ ਗੱਲ ਜਾਂ ਕੁੱਕੀ ਗੱਲ ਜੀ ਨੂੰ ਵੀ ਬਹੁਤ ਸਾਰੇ ਲੋਕ ਪਹਿਲਾਂ ਕਹਿ ਦਿੰਦੇ ਵੀ ਜਿਹਦੇ ਦਾੜੀ ਨਹੀਂ ਰੱਖੀ ਉਹ ਸਿੱਖੀ ਦੀ ਗੱਲ ਕਿਉਂ ਕਰਦਾ, ਵੀ ਇਹ ਗੱਲ ਕਿਉਂ ਆ ਜਾਂਦੀ ਹੈ ਵੀ ਕੀ ਮੈਨੂੰ ਉਹੀ ਬੰਦੇ ਗਾਲ ਕੱਢਦੇ ਨੇ ਕਿ ਇਹ ਦਾੜੀ ਕੱਟਿਆ ਹੋਇਆ ਜਿਨ੍ਹਾਂ ਦੇ ਆਪਣੇ ਪ੍ਰੋਫਾਈਲ ਤੇ ਦੀਪ ਸਿੱਧੂ ਦੀ ਫੋਟੋ ਲੱਗੀ ਹੈ ਜਿਹੜਾ ਕਿ ਕਲੀਨ ਸ਼ੇਵ। ਕਿ ਸਾਬਤ ਸੂਰਤ ਮੁਸ਼ਕਲ ਨਾਲ 4, 6, 10% ਹੋਣ ਬਹੁਤ ਵੱਡੀ ਗੱਲ ਹੋਊਗੀ ਜੇ ਸਿੱਖਾਂ ਦੇ ਵਿੱਚ ਤੁਹਾਨੂੰ ਇੰਨੇ ਲੱਭ ਜਾਣ। ਤਾਂ 90% ਲੋਕਾਂ ਦਾ ਕੀ ਕਰੋਗੇ ਤੁਸੀਂ? ਕਿ ਜੇ ਸਿੱਖੀ ਦੀ ਗੱਲ ਕਰਨੀ ਹੋਵੇ ਤਾਂ ਫਿਰ ਤੁਹਾਡੇ ਸਿੰਘ ਤੋਂ ਬਾਅਦ ਮਗਰ ਕੁਝ ਨਹੀਂ ਲੱਗ ਸਕਦਾ। ਬਿਲਕੁਲ ਨਹੀਂ ਲੱਗ ਸਕਦਾ ਨਾ। ਲੇਕਿਨ ਅਸੀਂ ਜਾਣਦੇ ਹਾਂ ਸਾਰੇ ਪ੍ਰਾਊਡਲੀ ਲਾਉਂਦੇ। ਬਹੁਤ ਸਾਰੇ ਲੋਕਾਂ ਦੇ ਘਰੇ ਜਾ ਕੇ ਪੁਲਿਸ ਨੇ ਪੁੱਛਗਿੱਛ ਕੀਤੀ, ਉਹਨਾਂ ਚੋਂ ਪੱਤਰਕਾਰ ਵੀ ਕਹਿ ਰਹੇ ਆ, ਉਹ ਟਵਿੱਟਰ ਹੈਂਡਲ ਵੀ ਇਹਨਾਂ ਦੇ ਉੱਡ ਗਏ ਨੇ, ਪੇਜ ਵੀ ਉੱਡ ਗਏ, ਚੈਨਲ ਤੱਕ ਉੱਡ ਗਏ। 84 ਦੇ ਦੌਰਾਨ ਵੀ ਪੱਤਰਕਾਰਾਂ ਦੇ ਉੱਪਰ ਏਡੇ ਵੱਡੇ ਸੰਕਟ ਨਹੀਂ ਸੀਗੇ ਜਿੱਡੇ ਹੁਣ ਸੰਕਟ ਅਸੀਂ ਪਿਛਲੇ 5-7 ਸਾਲਾਂ ਤੋਂ ਦੇਖ ਰਹੇ ਹਾਂ। ਪੱਤਰਕਾਰਾਂ ਉੱਪਰ ਸੁਸਾਇਟੀ ਵਿੱਚ ਜਦੋਂ ਕਦੇ ਵੀ ਇਦਾਂ ਦੀ ਸਖਤੀ ਹੁੰਦੀ ਹੈ, ਉਹ ਆਵਾਜ਼ ਬੰਦ ਕਰਨ ਵਾਲਾ ਹੀ ਮਸਲਾ ਹੁੰਦਾ ਹੈ। ਦੇਖੋ, ਪੱਤਰਕਾਰ ਚੰਗਾ ਬੋਲੇ ਮਾੜਾ ਬੋਲੇ, ਪੱਤਰਕਾਰ ਦਾ ਬੋਲਣਾ ਜ਼ਰੂਰੀ ਹੈ। ਤੁਹਾਡੇ ਤੇ ਵੀ ਸਖਤੀ ਹੋ ਰਹੀ ਹੈ, ਜਿਹੜੇ ਬੰਦੇ ਬੋਲ ਰਹੇ ਆ ਬੇਬਾਕੀ ਦੇ ਨਾਲ, ਕਿ ਠੀਕ ਹੈ ਸਾਰਾ ਕੁਝ? ਅਸੀਂ ਨਾਰਾਜ਼ਗੀਆਂ ਲੈ ਬੋਲਦੇ ਹਾਂ। ਮੇਰੀ ਤਾਂ ਆਪਦੀ ਸਰਕਾਰ ਆ, ਮੈਂ ਹੁਣ ਉਹਦੇ ਖਿਲਾਫ ਬੋਲਣੋਂ ਨਹੀਂ ਹਟਦਾ। ਮੈਂ ਉਹਨਾਂ ਨੂੰ ਰੋਜ਼ ਨਾਰਾਜ਼ ਕਰੀ ਬੈਠਾ ਹੁੰਦਾ। ਪਤਾ ਨਹੀਂ ਕੀ ਹੋ ਗਿਆ ਜਾਂ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਆ, ਤੁਹਾਨੂੰ ਲੱਗਦਾ ਵੀ ਇਹ ਤਾਂ ਜ਼ਿਆਦਾ ਹੀ ਥੋੜਾ ਜਿਹਾ ਅਤਿਆਚਾਰ ਹੋ ਗਿਆ, ਵੀ ਇਹ ਨਹੀਂ ਹੋਣਾ ਚਾਹੀਦਾ? ਖਾਸ ਤੌਰ ਤੇ ਸਿੱਖਾਂ ਨੂੰ ਤਾਂ ਨੁਕਸਾਨ ਹੋਇਆ ਨਾ। ਇੱਕ ਵਾਰੀ ਫਿਰ ਉਹਨਾਂ ਦੀ ਇਮੇਜ ਜਿਹੜੀ ਹੈਗੀ ਉਹ ਅੱਤਵਾਦੀਆਂ ਵਾਲੀ ਲੋਕਾਂ ਨੂੰ ਯਾਦ ਦਿਵਾਤਾ, ਔਰ ਇੱਕ ਵਾਰੀ ਫਿਰ ਪੰਜਾਬ ਨੂੰ ਸ਼ੱਕੀ ਸੂਬਾ ਬਣਾਤਾ। ਖਾਸ ਤੌਰ ਤੇ ਬੰਦੀ ਸਿੰਘਾਂ ਵਾਲੀ ਤਾਂ ਗੱਲ ਹੀ ਰੁਲ ਗਈ ਸਾਰੀ ਦੀ ਸਾਰੀ। ਕਿੱਡਾ ਵੱਡਾ ਮਸਲਾ ਸੀ ਕਿ ਸਾਡੇ ਕੁਝ ਲੋਕ ਅੰਦਰ ਬੈਠੇ ਹੈਗੇ ਤੇ ਉਹਦੇ ਉੱਪਰ ਤਾਂ ਹੁਣ ਗੱਲ ਹੀ ਨਹੀਂ ਹੋ ਰਹੀ ਨਾ, ਉਹਦਾ ਧਿਆਨ ਹੀ ਡਾਈਵਰਟ ਹੋ ਗਿਆ। ਪਰ ਮੈਂ ਦੱਸ ਦਿੰਦਾ, ਮੇਰੇ ਤੋਂ ਲਿਖਾ ਲਓ ਅੱਜ, ਇਹ ਮੇਰੀ ਭਵਿੱਖਬਾਣੀ ਹੈ ਕਿ ਪੰਜਾਬ ਦੇ ਲੋਕ ਨਾਰਾਜ਼ ਹੋ ਰਹੇ ਹਨ। ਉਹਨਾਂ ਦੀ ਨਾਰਾਜ਼ਗੀ ਸ਼ੁਰੂ ਹੋ ਚੁੱਕੀ ਹੈ। ਉਹ ਕਿੱਥੇ ਜਾ ਕੇ ਨਿਕਲੂਗੀ ਇਹ ਨਹੀਂ ਮੈਂ ਕਹਿ ਸਕਦਾ, ਪਰ ਹੁਣ ਉਹ ਨਾਰਾਜ਼ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਢਾਲੀਵਾਲ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆ। ਪੰਜਾਬ ਦੇ ਵਿੱਚ ਜਿਹੋ ਜਿਹਾ ਮਾਹੌਲ ਚੱਲ ਰਿਹਾ ਹੈਗਾ, ਪਰ ਇਸ ਮਾਹੌਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੇ ਬਹੁਤ ਸਾਰੇ ਲੋਕ ਸੋਚ ਨਹੀਂ ਰਹੇ। ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਆ ਤਾਂ ਰਹੀਆਂ ਹੈਗੀਆਂ, ਪਰ ਕੀ ਉਹ ਗੱਲਾਂ ਵਜਨਦਾਰ ਨੇ? ਸਿੱਖਾਂ ਦੀਆਂ ਕਿਹੜੀਆਂ ਸਮੱਸਿਆਵਾਂ ਹੈਗੀਆਂ ਜਾਂ ਕਿਹੜੀਆਂ ਸਮੱਸਿਆਵਾਂ ਨੂੰ ਅੱਖੋਂ ਓਹਲੇ ਕਰਕੇ ਗੱਲਾਂ ਹੋਰ ਮੁੱਦਿਆਂ ਤੇ ਹੋ ਰਹੀਆਂ ਹੈਗੀਆਂ? ਇਸੇ ਹੀ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਪਾਲੀ ਭੁਪਿੰਦਰ ਜੀ। ਭੁਪਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਰਤਨ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ। ਜੇ ਆਪਾਂ ਸਿੱਖਾਂ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ, ਸਿੱਖ ਮਸਲਿਆਂ ਦੀ ਗੱਲ ਕਰਦੇ ਹਾਂ, ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਹੁਣ ਜਿਹੜੇ ਅਸਲ ਦੇ ਵਿੱਚ ਆਉਣ ਵਾਲੇ ਦਿਨਾਂ ਦੀ ਗੱਲ ਹੀ ਨਹੀਂ ਆ, ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਆ, ਕੀ ਚੀਜ਼ਾਂ ਦਾ ਜਿਹੜਾ ਸਿੱਖਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਜਾਂ ਕਿਹੜੇ ਅਸਲ ਦੇ ਵਿੱਚ ਮੁੱਦੇ ਆ ਜਿਹੜੇ ਪਾਸੇ ਹੋ ਰਹੇ ਨੇ? ਬਿਲਕੁਲ ਧਾਲੀਵਾਲ ਸਾਹਿਬ, ਤੁਹਾਡਾ ਇਹ ਸਵਾਲ ਹੈ ਨਾ ਜਿਹੜਾ ਬਹੁਤ ਮਹੱਤਵਪੂਰਨ ਹੈ। ਸੋਸ਼ਲ ਮੀਡੀਆ ਦੇ ਉੱਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਇੱਕ ਗਰੁੱਪ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਸੈਨੇਟ ਦੇ ਨਾਮ ਤੇ ਜੀ। ਤੇ ਅਸੀਂ ਇੱਕ ਗਰੁੱਪ ਬਣਾਇਆ ਔਰ ਅਸੀਂ ਉੱਥੇ ਨੋਟ ਕੀਤਾ ਕਿ ਸੱਚੀ ਮੁੱਚੀ ਕਿ ਜਿਹੜੇ ਸਿੱਖਾਂ ਦੇ ਅਸਲੀ ਮੁੱਦੇ ਸਾਨੂੰ ਲੱਗਦੇ ਆ ਹੈ ਨਾ, ਪੂਰੀ ਦੀ ਪੂਰੀ ਕਮਿਊਨਿਟੀ ਦੇ ਜੀ, ਮੈਂ ਦੇਖਿਆ ਕਿ ਉਹਦੇ ਉੱਪਰ ਕਿਤੇ ਕੋਈ ਗੱਲ ਹੀ ਨਹੀਂ ਹੋ ਰਹੀ। ਠੀਕ ਹੈ, ਅਸੀਂ ਬਹੁਤ ਸਤਹੀ ਪੱਧਰ ਦੇ ਉੱਪਰ ਮੰਨ ਕੇ ਚੱਲਦੇ ਹਾਂ ਜੀ, ਸਟੇਟ ਆ ਕਰ ਰਹੀ ਹੈਗੀ, ਪੰਜਾਬ ਸਰਕਾਰ ਆ ਕਰ ਰਹੀ ਹੈਗੀ, SGPC ਚ ਆ ਹੋ ਰਿਹਾ ਹੈ, ਅਕਾਲ ਤਖਤ ਦੇ ਜਥੇਦਾਰ ਸਾਹਿਬ ਇਹ ਕਰ ਰਿਹਾ ਹੈ, ਅਕਾਲੀਆਂ ਨੇ ਆ ਕਰਤਾ। ਅਸੀਂ ਬਹੁਤ ਸਤਹੀ ਪੱਧਰ ਦੇ ਉੱਪਰ ਉੱਪਰਲੇ ਸਰਫੇਸ ਦੇ ਉੱਪਰ ਫਿਰਦੇ ਹਾਂ। ਠੀਕ ਹੈ, ਲੇਕਿਨ ਜੇ ਸੱਚੀ ਮੁੱਚੀ ਜਿਸ ਜਗ੍ਹਾ ਤੇ ਉੱਪਰ ਇਸ ਵੇਲੇ ਸਿੱਖ ਕਮਿਊਨਿਟੀ ਘਿਰੀ ਹੋਈ ਹੈ, ਮੈਨੂੰ ਲੱਗਦਾ ਜੇ ਉੱਥੋਂ ਨਿਕਲਣਾ ਹੋਵੇ ਨਾ, ਸਾਨੂੰ ਬਹੁਤ ਗੰਭੀਰਤਾ ਦੇ ਨਾਲ ABC ਤੋਂ ਗੱਲ ਸ਼ੁਰੂ ਕਰਨੀ ਪਊਗੀ ਜੀ। ਦੇਖੋ, ਸਿੱਖਾਂ ਦੀ ਇੱਕ ਅਲੱਗ ਪਹਿਚਾਣ ਹੈ। ਹਾਂਜੀ, ਕੋਈ ਇਸ ਗੱਲ ਤੇ ਭਾਵੇਂ ਰੌਲਾ ਪਾਈ ਚੱਲੇ ਕਿ ਅਸੀਂ ਕਿਹੜੀ ਕਮਿਊਨਿਟੀ ਦਾ ਹਿੱਸਾ, ਹਿੰਦੂਆਂ ਦਾ ਹਿੱਸਾ, ਭਾਰਤੀ, ਮੈਂ ਕਹਿੰਦਾ ਉਹ ਸਾਰੀਆਂ ਗੱਲਾਂ ਪਾਸੇ ਰਹਿ ਗਈਆਂ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਸਿੱਖਾਂ ਦੀ ਇੱਕ ਵੱਖਰੀ ਪਛਾਣ ਹੈ। ਭਾਵੇਂ ਉਹਨਾਂ ਨੂੰ ਉਹ ਧਾਰਮਿਕ ਤੌਰ ਤੇ ਮਿਲੀ, ਲੇਕਿਨ ਹੁਣ ਉਹ, ਜਾਂ ਸਿਆਸੀ ਤੌਰ ਤੇ ਮਿਲੀ, ਲੇਕਿਨ ਹੁਣ ਉਹ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਸੱਭਿਆਚਾਰਕ ਪਛਾਣ ਬਣ ਚੁੱਕੀ ਹੈ ਜੀ। ਔਰ ਕੋਈ ਖਾਸ ਇਹ ਵੀ ਤੁਸੀਂ ਜਾਣਦੇ ਹੋ ਕਿ ਸਿੱਖ ਆਪਣੀ ਇਸ ਪਛਾਣ ਨੂੰ ਲੈ ਕੇ ਚਿੰਤਿਤ ਹੈ। ਤਾਂ ਮੈਨੂੰ ਲੱਗਦਾ ਹੈ ਕਿ ਬੇਸਿਕਲੀ ਜਦੋਂ ਵੀ ਸਿੱਖ ਕਮਿਊਨਿਟੀ ਦੇ ਸਮੱਸਿਆਵਾਂ ਹੱਲ ਹੋਣਗੀਆਂ, ਮਸਲੇ ਹੱਲ ਹੋਣਗੇ, ਤਾਂ ਇਹ ਉਦੋਂ ਹੀ ਹੋਣਗੇ ਜਦੋਂ ਉਹ ਆਪਣੀ ਪਛਾਣ ਤੇ ਆਪਣੀ ਹੋਂਦ ਨਾਲ ਜੁੜੀਆਂ ਹੋਈਆਂ ਬੇਸਿਕ ਚੀਜ਼ਾਂ ਤੇ ਵਾਪਸ ਮੁੜ ਕੇ ਵਿਚਾਰ ਕਰਨਗੇ। ਸਭ ਤੋਂ ਪਹਿਲੀ ਗੱਲ,
ਅਸੀਂ ਬਾਬੇ ਨਾਨਕ ਦੇ ਰਾਹੀਂ ਇੱਕ ਅਧਿਆਤਮਿਕ ਰੈਵੋਲੂਸ਼ਨ ਕ੍ਰਾਂਤੀ ਦੇ ਵਿੱਚੋਂ ਨਿਕਲਦੇ ਹਾਂ ਜੀ। ਇਸ ਗੱਲ ਤੋਂ ਤਾਂ ਤੁਸੀਂ ਬਿਲਕੁਲ ਇਨਕਾਰ ਨਹੀਂ ਕਰ ਸਕਦੇ ਕਿ ਬਾਬਾ ਨਾਨਕ ਦੀ ਜਿਹੜੀ ਸਾਰੀ ਲੜਾਈ ਹੈ ਉਹ ਇੱਕ ਅਧਿਆਤਮਿਕ ਲੜਾਈ ਹੈ ਜੀ। ਉਸ ਵੇਲੇ ਹੈ ਜਿਹਦੇ ਵਿੱਚ ਬਾਬਾ ਨਾਨਕ ਦਾ ਮਤਲਬ ਕਿ ਐਮਰਜੈਂਸ ਹੁੰਦੀ ਹੈ। ਤੁਸੀਂ ਜਾਣਦੇ ਹੋ ਕਿ ਉਹਦੇ ਵਿੱਚ ਗਿਆਨ ਨੂੰ ਦਾਨ ਦਾ ਜ਼ਰੀਆ ਬਣਾ ਲਿਆ ਗਿਆ। ਠੀਕ ਹੈ, ਬਾਬਾ ਭਾਈ ਗੁਰਦਾਸ ਜੀ ਲਿਖਦੇ ਨੇ, ਮਤਲਬ ਕਿ ਉਹ ਧੰਦੂਕਾਰ ਦੇ ਨਾਲ ਇਸ ਨੂੰ ਮਤਲਬ ਕਿ ਡਿਫਾਈਨ ਕਰਦੇ ਨੇ। ਉਹ ਬੇਸਿਕਲੀ ਅਧਿਆਤਮਿਕ ਤੌਰ ਦੇ ਉੱਪਰ ਟੁੱਟੀ ਭੱਜੀ ਕਮਿਊਨਿਟੀ ਦੇ ਵਿੱਚੋਂ, ਖਾਸ ਤੌਰ ਤੇ ਨਾਰਥ ਇੰਡੀਆ ਦੀ, ਜਿੱਥੇ ਕਿਸੇ ਵੇਲੇ ਵੇਦ ਰਚੇ ਗਏ, ਉੱਥੋਂ ਬਾਬੇ ਨਾਨਕ ਉੱਭਰਦੇ ਨੇ। ਤੇ ਉਹਨਾਂ ਦੀ ਰੈਵੋਲੂਸ਼ਨ ਜਿਹੜੀ ਹੈ, ਸਭ ਤੋਂ ਪਹਿਲੀ ਲੜਾਈ ਫੇਕ ਕਿਸਮ ਦੇ ਅਧਿਆਤਮਵਾਦ ਦੇ ਨਾਲ ਹੈ, ਉਸ ਧਰਮ ਦੇ ਨਾਲ ਹੈ ਜਿਸ ਨੇ ਧਰਮ ਨੂੰ ਵਪਾਰ ਬਣਾਤਾ, ਅਧਿਆਤਮਿਕਤਾ ਨਾਲੋਂ ਤੋੜਤਾ। ਤਾਂ ਬਾਬਾ ਨਾਨਕ ਨੇ ਸਾਨੂੰ ਜਿਹੜੀ ਸਭ ਤੋਂ ਪਹਿਲੀ ਗੁੜਤੀ ਦਿੱਤੀ, ਮੈਂ ਸਮਝਦਾ ਉਹ ਅਧਿਆਤਮਿਕ ਗੁੜਤੀ ਹੈ। ਅਸੀਂ ਅਧਿਆਤਮਿਕ ਤੌਰ ਤੇ ਪਰੰਪਰਿਕ ਧਰਮਾਂ ਨਾਲੋਂ, ਖਾਸ ਤੌਰ ਤੇ ਧਰਮ ਦੇ ਸਟਰਕਚਰ ਦੇ ਵਿੱਚ ਵੱਖਰੇ ਹਾਂ। ਹਾਲਾਂਕਿ ਬਾਬਾ ਨਾਨਕ ਇਹ ਨਹੀਂ ਕਰ ਰਹੇ ਕਿ ਉਹ ਪੁਰਾਣੇ ਧਰਮ, ਕਿਸੇ ਧਰਮ ਨੂੰ ਰਿਜੈਕਟ ਕਰ ਰਹੇ ਆ, ਨਹੀਂ, ਉਹ ਆਪਣਾ ਇੱਕ ਨਵਾਂ ਧਰਮ ਕ੍ਰੀਏਟ ਕਰ ਰਹੇ ਆ। ਔਰ ਉਹਦੇ ਵਿੱਚ ਤੁਸੀਂ ਦੇਖੋ ਸੂਫੀਵਾਦ ਵੀ ਸ਼ਾਮਲ ਹੈ, ਉਹਦੇ ਵਿੱਚ ਭਗਤੀ ਲਹਿਰ ਵੀ ਸ਼ਾਮਿਲ ਹੈ। ਤਾਂ ਉਹ ਸਾਰਿਆਂ ਨੂੰ ਰਲਾ ਕੇ ਇੱਕ ਬਹੁਤ ਹੀ ਵਾਈਡਰ ਪਰਸਪੈਕਟਿਵ ਵਾਲਾ ਨਵਾਂ ਧਰਮ ਕ੍ਰੀਏਟ ਕਰਦੇ ਆ, ਜਿਹਦਾ ਸਾਰਾ ਅਨੁਭਵ ਅਧਿਆਤਮਿਕ ਹੈ ਜੀ। ਤਾਂ ਬਾਬੇ ਨਾਨਕ ਤੱਕ ਸਾਰਾ ਕੁਝ ਜੋ ਕੁਝ ਹੈ ਅਧਿਆਤਮਿਕ ਹੈ। ਤਾਂ ਸਿੱਖਾਂ ਦੀ ਪਹਿਲੀ ਪਛਾਣ ਉਹਨਾਂ ਦੀ ਇਹ ਅਧਿਆਤਮਿਕ ਰੈਵੋਲੂਸ਼ਨ ਹੈ। ਦੂਜੀ, ਜਿਵੇਂ ਜਿਵੇਂ ਬਾਬਾ ਨਾਨਕ ਦਾ ਸਮਾਂ ਗੁਜ਼ਰਦਾ ਹੈ, ਅਸੀਂ ਜਾਣਦੇ ਹਾਂ ਕਿ ਸਿੱਖ ਧਰਮ ਇੱਕ ਇੰਸਟੀਟਿਊਸ਼ਨ 'ਚ ਬਦਲਣ ਲੱਗ ਪੈਂਦਾ ਜੀ। ਤਾਂ ਹੁਣ ਇੱਥੇ ਉਹ ਇੱਕ ਧਾਰਮਿਕ ਮਾਮਲਾ ਹੋ ਗਿਆ। ਸਾਡੇ ਬਹੁਤੇ ਲੋਕ ਜਿਹੜੀ ਚੀਜ਼ ਨਹੀਂ ਸਮਝਦੇ ਧਾਲੀਵਾਲ ਜੀ, ਉਹ ਇਹ ਹੈ ਕਿ ਅਧਿਆਤਮਿਕ ਤੇ ਧਰਮ, ਇਹਨਾਂ ਦੋਨਾਂ ਚੀਜ਼ਾਂ 'ਚ ਫਰਕ ਹੈ। ਕੋਈ ਬੰਦਾ ਬਿਨਾਂ ਧਾਰਮਿਕ ਹੋਏ ਵੀ ਅਧਿਆਤਮਿਕ ਹੋ ਸਕਦਾ। ਠੀਕ ਹੈ, ਅਧਿਆਤਮਿਕਤਾ ਤੁਹਾਡੀ ਆਤਮਾ ਨਾਲ ਜੁੜਿਆ ਹੋਇਆ ਮਾਮਲਾ ਹੈ। ਇਹਦੇ ਵਿੱਚ ਕੋਈ ਧਾਰਮਿਕ ਪਛਾਣ ਦਾ ਕਿਤੇ ਕੋਈ ਰੌਲਾ ਨਹੀਂ ਹੈ। ਬਾਬੇ ਨਾਨਕ ਤੱਕ ਤੁਸੀਂ ਜਾਣਦੇ ਹੋ, ਬਾਬੇ ਨਾਨਕ ਨੇ ਕੋਈ ਨਵੀਂ ਪਛਾਣ ਕ੍ਰੀਏਟ ਨਹੀਂ ਕੀਤੀ। ਉਹ ਤੁਹਾਨੂੰ ਅਧਿਆਤਮਿਕਤਾ ਦੇ ਸਹੀ ਅਰਥ ਦੇ ਰਹੇ ਆ। ਤਾਂ ਉਹ ਦੱਸ ਰਹੇ ਨੇ ਕਿ ਅਧਿਆਤਮਿਕਤਾ ਦੇ ਰਾਹ ਦੇ ਵਿੱਚ ਕਿੱਥੇ ਗੜਬੜ ਹੋ ਗਈ। ਜੇ ਤੁਸੀਂ ਪ੍ਰਭੂ ਨੂੰ ਹਾਸਲ ਕਰਨਾ ਹੈ, ਪਰਮਾਤਮਾ ਨਾਲ ਜੁੜਨਾ, ਆਤਮਾ ਤੇ ਪਰਮਾਤਮਾ ਦੇ ਸੰਬੰਧ ਬਣਾਉਣੇ ਨੇ, ਤਾਂ ਬੇਸਿਕਲੀ ਤੁਹਾਡਾ ਅਧਿਆਤਮਿਕ ਲਹਿਜਾ ਕੀ ਹੋਵੇ, ਤੁਹਾਡਾ ਤਰੀਕਾ ਕੀ ਹੋਵੇ। ਲੇਕਿਨ ਜਦੋਂ ਹੀ ਸਿੱਖ ਧਰਮ ਬਾਬੇ ਨਾਨਕ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚਦਾ ਹੈ, ਤਾਂ ਅਸੀਂ ਜਾਣਦੇ ਹਾਂ ਕਿ ਅਸੀਂ ਧਰਮ ਬਣ ਚੁੱਕੇ ਹਾਂ, ਇੱਕ ਇੰਸਟੀਟਿਊਸ਼ਨ ਬਣ ਚੁੱਕਿਆ ਹੈ, ਰਹਿਤ ਆ ਚੁੱਕੀ ਹੈ ਜੀ। ਬੇਸਿਕਲੀ ਇਹ ਰਹਿਤ ਹੈ ਜਿਹੜੀ ਕਿਸੇ ਧਰਮ ਨੂੰ ਡਿਫਾਈਨ ਕਰਦੀ ਹੈ, ਵੱਖਰੇ ਤਰੀਕੇ ਨਾਲ ਜੀਵਨ ਜਿਉਣ ਦਾ ਢੰਗ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਜਿਹੜਾ ਸੰਕਟ ਹੈ, ਉਸ ਰਹਿਤ ਨੂੰ ਛੱਡਣ ਦਾ, ਉਸ ਪਛਾਣ ਨੂੰ ਛੱਡਣ ਦਾ, ਤਾਂ ਉਹ ਉਸ ਦੇ ਉੱਪਰ ਅੜ ਜਾਂਦੇ ਨੇ। ਤਾਂ ਹੁਣ ਕੀ ਹੈ, ਸਾਡਾ ਦੂਜਾ ਜਿਹੜਾ ਸਾਡਾ ਇਦਾਂ ਕਹੀਏ ਕਿ ਪੱਧਰ ਹੈ ਸਾਡੇ ਸੰਕਟ ਦਾ, ਉਹ ਸਾਡਾ ਇਸ ਧਰਮ ਨਾਲ ਜੁੜਿਆ ਹੋਇਆ, ਸਾਡੀ ਰਹਿਤ ਨਾਲ ਜੁੜਿਆ ਹੋਇਆ, ਔਰ ਸਾਡੇ ਧਾਰਮਿਕ ਮਾਮਲਿਆਂ ਨਾਲ ਜੁੜਿਆ ਹੋਇਆ। ਤਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਲੜਾਈ ਹੈ, ਉਹ ਇੱਕ ਇਸ ਖਿੱਤੇ ਦੇ ਵਿੱਚ ਕਿਤੇ ਨਾ ਕਿਤੇ ਰਾਜ ਸਥਾਪਿਤ ਕਰਨ ਦੀ ਵੀ ਹੈ, ਜਿੱਥੇ ਅਸੀਂ ਸਿਰ ਚੱਕ ਕੇ ਜੀ ਸਕੀਏ। ਬਾਅਦ ਚ ਬੰਦਾ ਸਿੰਘ ਬਹਾਦਰ ਉਸ ਖਿੱਤੇ ਲਈ ਲੜਦੇ ਨੇ, ਔਰ ਬਾਅਦ ਦੇ ਵਿੱਚ ਪੂਰੇ ਮੱਧਕਾਲ ਦੇ ਵਿੱਚ ਸਾਡੇ ਸਿੱਖ ਵਾਰੀਅਰਸ ਜਿਹੜੇ ਨੇ ਉਹ ਉਹਦੇ ਲਈ ਲੜਦੇ ਨੇ। ਤਾਂ ਹੁਣ ਸਾਡਾ ਤੀਜਾ ਜਿਹੜਾ ਪੱਧਰ ਹੈ ਉਹ ਸਿਆਸੀ ਹੋ ਗਿਆ। ਤਾਂ ਹੁਣ ਕੀ ਹੈ ਕਿ ਸਿੱਖਾਂ ਦੀਆਂ ਇੱਕਣੀ 3 ਪੱਧਰ ਦੇ ਉੱਪਰ ਸਮੱਸਿਆਵਾਂ ਚੱਲਦੀਆਂ ਪਈਆਂ ਨੇ। ਇੱਕ ਅਧਿਆਤਮਿਕ ਸਮੱਸਿਆਵਾਂ ਵੱਖਰੀਆਂ ਨੇ, ਦੂਜੇ ਮਸਲੇ ਧਾਰਮਿਕ ਨੇ, ਔਰ ਤੀਜੇ ਉਹਨਾਂ ਦੇ ਸਿਆਸੀ ਮਸਲੇ ਨੇ। ਤਾਂ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੱਕ ਅਸੀਂ ਵੱਖੋ ਵੱਖਰੇ ਤੌਰ ਦੇ ਉੱਪਰ ਇਹਨਾਂ ਨੂੰ ਵਿਚਾਰ ਨਹੀਂ ਕਰਦੇ ਨਾ, ਅਸੀਂ ਨਹੀਂ ਜਾਣ ਸਕਦੇ ਕਿ ਸਿੱਖ ਕਿੱਥੇ ਫਸੇ ਹੋਏ ਨੇ। ਤੁਹਾਨੂੰ ਲੱਗਦਾ ਵੀ ਜਿਹੜੇ ਸਿਆਸੀ ਮਸਲੇ ਉਹ ਕਿਤੇ ਨਾ ਕਿਤੇ ਜ਼ਿਆਦਾ ਹੀ ਭਾਰੂ ਹੋ ਗਏ, ਜਾਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਿਛਲੇ, ਖਾਸ ਕਰਕੇ ਜੇ ਆਪਾਂ ਇਸ 47 ਤੋਂ ਬਾਅਦ ਜਾਂ 1920 ਤੋਂ ਲੈ ਕੇ ਉਹ ਸਾਰਾ ਗੱਲਾਂ ਕਰਦੇ ਆ। ਬਸ ਇੰਨਾ ਕੀ ਸੰਕਟ ਹੈ ਜਿਹੜਾ ਤੁਸੀਂ ਇੱਕ ਲਾਈਨ ਦੇ ਵਿੱਚ ਡਿਫਾਈਨ ਕਰਤਾ ਕਿ ਸਿੱਖ ਅਧਿਆਤਮਿਕਤਾ ਨਾਲੋਂ ਟੁੱਟ ਚੁੱਕੇ ਨੇ, ਧਰਮ ਨੂੰ ਵੱਖਰੇ ਗਲਤ ਤਰੀਕੇ ਨਾਲ ਪਛਾਣ ਰਹੇ ਨੇ, ਤੇ ਜਿਹੜਾ ਸਿਆਸਤ ਨੂੰ ਹੀ ਸਾਰੀਆਂ ਚੀਜ਼ਾਂ ਦਾ ਬਦਲ ਮੰਨ ਕੇ ਬੈਠੇ ਨੇ, ਉਹ ਇਸੇ ਗੱਲ ਤੇ ਫਸ ਗਏ। ਉਹ ਖਾਲਸਾ ਰਾਜ ਦੇ ਉੱਪਰ ਫਸ ਕੇ ਬਹਿ ਗਏ ਨੇ, ਉਹ ਖਾਲਿਸਤਾਨ ਦੇ ਉੱਪਰ ਫਸ ਕੇ ਬਹਿ ਗਏ ਨੇ। ਲੇਕਿਨ ਜਿਹੜੀ ਅਧਿਆਤਮਿਕ ਤੌਰ ਤੇ ਖਾਲਸ ਹੋਣ ਦਾ ਜਿਹੜਾ ਕਨਸੈਪਟ ਹੈ, ਉਹਨਾਂ ਨੇ ਉਸ ਨੂੰ ਕਿਤੇ ਪਿੱਛੇ ਛੱਡਤਾ। ਠੀਕ ਹੈ, ਤਾਂ ਆਪਾਂ ਤਿੰਨੇ ਜਗ੍ਹਾ ਨੂੰ ਇੱਕੋ ਤਰੀਕੇ ਨਾਲ ਵਿਚਾਰ ਸਕਦੇ ਹਾਂ ਜੀ। ਹੁਣ ਕਿੰਨੇ ਤੁਸੀਂ ਦੇਖ ਸਕਦੇ ਹੋ ਸਾਡਾ ਧਾਰਮਿਕ ਸਟਰਕਚਰ ਜਿਹੜਾ ਕਿ ਬਹੁਤ ਵਧੀਆ ਹੈ, ਜਿਹਦੇ ਵਿੱਚ ਸਰਬੱਤ ਦੇ ਭਲੇ ਦਾ ਸਾਡੀ ਅਰਦਾਸ ਦਾ ਹਿੱਸਾ ਹੋ ਚੁੱਕਿਆ ਹੈ, ਲੰਗਰ ਲਾਉਣ ਦੀ ਸਾਡੀ ਪਰੰਪਰਾ, ਔਰ ਸਿੱਖ ਕਮਿਊਨਿਟੀ ਦੇ ਤੌਰ ਤੇ ਨਾ ਸਿਰਫ ਆਪਣੀ ਦੂਜਿਆਂ ਦੀ ਮਦਦ ਕਰਨ ਦੇ ਵਿੱਚ ਸਭ ਤੋਂ ਅੱਗੇ ਨੇ, ਧਰਮ ਲਈ ਲੜੇ, ਦੇਸ਼ ਲਈ ਲੜੇ, ਕੌਮ ਲਈ ਲੜੇ, ਇਹ ਸਾਰੀਆਂ ਗੱਲਾਂ ਉਹਨਾਂ ਨੇ ਪ੍ਰੂਵ ਕੀਤੀਆਂ। ਲੇਕਿਨ ਉਹ ਇੱਕ ਚੀਜ਼ ਤਾਂ ਭੁੱਲ ਗਏ ਕਿ ਸਾਡਾ ਓਰੀਜਨ ਤਾਂ ਬੇਸਿਕਲੀ ਇੱਕ ਅਧਿਆਤਮਿਕ ਰੈਵੋਲੂਸ਼ਨ 'ਚ ਹੋਇਆ ਸੀ। ਜਿੰਨੀ ਦੇਰ ਤੱਕ ਤੁਹਾਡੇ ਮਨ ਦੇ ਅੰਦਰ ਦਾਰਸ਼ਨਿਕਤਾ ਨਹੀਂ ਪਈ, ਬਾਬੇ ਨਾਨਕ ਵਾਲਾ ਫਲਸਫਾ ਨਹੀਂ ਪਿਆ, ਹੈ ਨਾ, ਏਕਮਕਾਰ ਵਾਲਾ ਕਨਸੈਪਟ ਨਹੀਂ ਪਿਆ, ਜਾਂ
ਪਰਮਾਤਮਾ ਨਾਲ ਜੁੜਨ ਦਾ, ਆਤਮਾ ਤੇ ਪਰਮਾਤਮਾ ਦੇ ਸੰਬੰਧਾਂ ਦੀ ਉਹ ਸਾਰੀ ਦੀ ਸਾਰੀ ਵਿਧੀ ਨਹੀਂ ਪਈ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਆਨ ਕੀਤੀ ਗਈ ਹੈ, ਉਨੀ ਦੇਰ ਤੱਕ ਤੁਸੀਂ ਸਿੱਖ ਨਹੀਂ ਹੋ ਸਕਦੇ। ਫਿਰ ਤੁਸੀਂ ਸਰਫੇਸ ਦੇ ਉੱਪਰ ਤੁਰਨ ਵਾਲੇ ਸਿੱਖ ਹੋ। ਤੁਸੀਂ ਜਾਂ ਰਾਜਨੀਤਿਕ ਮਕਸਦ ਲਈ ਤੁਰੇ ਫਿਰਦੇ ਹੋ ਜਾਂ ਤੁਹਾਡਾ ਮਕਸਦ ਧਾਰਮਿਕ ਹੈ। ਅਧਿਆਤਮਿਕਤਾ ਤੁਹਾਡਾ ਮਕਸਦ ਨਹੀਂ ਹੈ। ਅਧਿਆਤਮਿਕਤਾ ਕੀ ਕਰਦੀ ਹੈ ਰਤਨ ਜੀ? ਸਿੱਖੀ ਦੇ ਵਿੱਚ ਅਧਿਆਤਮਿਕਤਾ ਦਾ ਸੰਕਲਪ ਇਹ ਹੈ ਕਿ ਇਹ ਤੁਹਾਨੂੰ ਨੈਤਿਕ ਤੌਰ ਤੇ ਬਹੁਤ ਉਚਾਈ ਬਖਸ਼ਦੀ ਹੈ ਜੀ। ਅਧਿਆਤਮਿਕ ਤੌਰ ਤੇ ਜਿਹੜਾ ਬੰਦਾ ਸ਼ੁੱਧ ਹੈ ਨਾ, ਉਹਦੇ ਵਿੱਚ ਠਰਮ ਹੈ, ਸਹਿਜ ਹੈ, ਉਹ ਮਨੁੱਖ ਨੂੰ ਮਨੁੱਖ ਸਮਝ ਸਕਦਾ ਹੈ। ਸਭ ਤੋਂ ਵੱਡੀ ਗੱਲ, ਇੱਕ ਅਧਿਆਤਮਿਕ ਤੌਰ ਤੇ ਜਿਹੜਾ ਸ਼ੁੱਧ ਸਿੱਖ ਹੈ ਨਾ, ਉਹ ਦੁਨੀਆ ਦਾ ਸਭ ਤੋਂ ਵੱਡਾ ਮਾਨਵਵਾਦੀ ਹੈ। ਉਹ ਇੱਕਸ ਕੀ ਜਾਤ ਤੋਂ ਗਾਂ ਨਹੀਂ ਜਾ ਸਕਦਾ, ਉਹ ਏਕਮਕਾਰ ਤੋਂ ਗਾਂ ਨਹੀਂ ਜਾ ਸਕਦਾ। ਉਹਨੂੰ ਪਤਾ ਹੈ ਕਿ ਬੇਸਿਕਲੀ ਹਰ ਇੱਕ ਮਨੁੱਖ ਦੇ ਅੰਦਰ ਆਤਮਾ ਦਾ ਵਾਸ ਹੈ ਤੇ ਉਹ ਆਤਮਾ ਉਸੇ ਪਰਮਾਤਮਾ ਦਾ ਹਿੱਸਾ ਲੈ ਦੇ ਕੇ ਪਰਮਾਤਮਾ ਇੱਕ ਹੈ। ਇਸ ਚੀਜ਼ ਨੂੰ ਸਮਝੇ ਬਿਨਾ ਬੇਸਿਕਲੀ ਕਿਸੇ ਸਿੱਖ ਦੇ ਯੋਧੇ ਹੋਣ ਦੀ, ਇੱਕ ਸਿੱਖ ਆਗੂ ਹੋਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਇਸ ਠਰਮੇ ਤੋਂ ਬਿਨਾ, ਇਸ ਸਾਹਿਤ ਤੋਂ ਬਿਨਾ। ਲੇਕਿਨ ਕੀ ਹੈ ਕਿ ਅਸੀਂ ਇਸ ਚੀਜ਼ ਨੂੰ ਉਲਝਾਤਾ ਧਾਰਮਿਕ ਮਸਲਿਆਂ ਦੇ ਵਿੱਚ। ਹੁਣ ਅਸੀਂ ਇਸ ਗੱਲ ਤੇ ਅੜੇ ਖੜੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ, ਸਾਡਾ ਹਿੰਦੂਆਂ ਨਾਲ ਲੜਾਈ ਹੈ, ਸਾਡੀ ਮੁਸਲਮਾਨਾਂ ਨਾਲ ਲੜਾਈ ਹੈ, ਸਾਡੀ ਫਲਾਣੇ ਨਾਲ ਲੜਾਈ ਹੈ। ਅਸੀਂ ਸਾਰਾ ਕੁਝ ਲਿਆ ਦੇ ਕੇ ਧਾਰਮਿਕ ਤੇ ਖੜੀ ਕਰਤਾ ਔਰ ਧਰਮ ਨੂੰ, ਇੰਸਟੀਟਿਊਸ਼ਨ ਨੂੰ ਅਸੀਂ ਕੱਟੜਤਾ 'ਚ ਬੰਨਤਾ ਕਿ ਤੁਸੀਂ ਪਹਿਲਾਂ ਸਿੱਖ ਤਾਂ ਮੰਨੇ ਜਾਓਗੇ, ਪਹਿਲਾਂ ਤੁਸੀਂ ਆਹ ਕਰੋਗੇ, ਫਿਰ ਆਹ ਕਰੋਗੇ, ਜਿਹੜਾ ਆਹ ਨਹੀਂ ਕਰਦਾ ਉਹ ਨਹੀਂ ਸਿੱਖ, ਜਿਹੜਾ ਆਹ ਨਹੀਂ ਕਰਦਾ ਉਹ ਨਹੀਂ ਸਿੱਖ। ਅਸੀਂ ਉਸ ਧਾਰਮਿਕਤਾ ਨੂੰ ਅਧਿਆਤਮਿਕਤਾ ਨਾਲੋਂ ਬਿਲਕੁਲ ਤੋੜ ਲਿਆ ਤੇ ਕੱਟੜਤਾ 'ਚ ਇੰਨਾ ਜ਼ਿਆਦਾ ਬੰਨਤਾ। ਇਹ ਕੱਟੜਤਾ ਸਭ ਤੋਂ ਵੱਡੀ ਦੁਸ਼ਮਣ ਹੋ ਚੁੱਕੀ ਹੈ ਸਿੱਖਾਂ ਦੀ। ਸਿੱਖ ਧਰਮ ਦੇ ਵਿੱਚ ਕੱਟੜਤਾ ਲਈ ਕੋਈ ਸਥਾਨ ਨਹੀਂ। ਲੇਕਿਨ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਸਿੱਖਾਂ ਦਾ ਬਿਹੇਵੀਅਰ ਖਾਸ ਤੌਰ ਤੇ ਸੋਸ਼ਲ ਮੀਡੀਆ ਉੱਪਰ ਜਾਂ ਆਮ ਲੋਕਾਂ ਦੇ ਵਿੱਚ ਕਿੰਨਾ ਕੱਟੜ ਹੋ ਚੁੱਕਿਆ ਹੈ। ਅਸੀਂ ਸਿਰਫ ਖੜੇ ਕਿੱਥੇ ਹਾਂ? ਸਰੀਰਕ ਚਿੰਨ੍ਹਾਂ ਤੇ। ਮੈਂ ਇਸ ਗੱਲ ਤੇ ਵਿਵਾਦ ਨਹੀਂ ਕਰਦਾ ਕਿ 5 ਕਕਾਰਾਂ ਦੀ ਕਦੋਂ ਹੋਂਦ ਵਿੱਚ ਆਈ। ਮੈਂ ਇਸ ਗੱਲ ਤੇ ਨਹੀਂ ਕਹਿੰਦਾ ਕਿ ਸਾਡੇ ਲਈ ਰਹਿਤ ਕਿੰਨੀ ਇੰਪੋਰਟੈਂਟ ਹੈ। ਮੈਂ ਕਹਿੰਦਾ ਛੱਡ ਦਿਓ ਇਸ ਗੱਲ ਨੂੰ ਹਾਲ ਦੀ ਘੜੀ। ਲੇਕਿਨ ਤੁਸੀਂ ਦੇਖ ਸਕਦੇ ਹੋ ਸਿੱਖ ਧਰਮ ਸਿਰਫ ਰਹਿਤ ਦੇ ਉੱਪਰ ਆ ਕੇ ਫਸ ਰਿਹਾ ਔਰ ਸਿੱਖ ਧਰਮ ਆ ਕੇ ਮਤਲਬ ਕਿ ਚਿੰਨ੍ਹਾਂ ਦੇ ਉੱਪਰ ਫਸ ਰਿਹਾ। ਇਸ ਚਿੰਨ੍ਹਾਂ ਦੇ ਪਿਛਲੀ ਜਿਹੜੀ ਅਧਿਆਤਮਿਕਤਾ ਹੈ ਸਿੱਖ ਧਰਮ ਦਾ, ਉਹ ਸਰੋਕਾਰ ਨਹੀਂ ਬਚੀ। ਤੁਸੀਂ ਆਪ ਸਟੱਡੀ ਕਰਕੇ ਦੇਖ ਸਕਦੇ ਹੋ। ਪਰ ਪਾਲੀ ਜੀ, ਜਦੋਂ ਹੁਣ ਜਿਵੇਂ ਹੁਣ ਤੁਸੀਂ ਆਪ ਕਹਤਾ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਬਹੁਤ ਸਾਰੀਆਂ ਚੀਜ਼ਾਂ ਗਈਆਂ, ਜਿਵੇਂ ਤੁਹਾਡੇ ਬਹੁਤ ਸਾਰੇ ਇੰਟਰਵਿਊਜ਼ ਆਉਂਦੇ ਰਹਿੰਦੇ ਆ। ਹੁਣ ਜਿਵੇਂ ਜਦੋਂ ਇਹ ਇੰਟਰਵਿਊ ਟੈਲੀਕਾਸਟ ਹੋਣਾ ਜਾਂ ਜਿਹੜੀਆਂ ਇਹ ਗੱਲਾਂ ਗਈਆਂ, ਉਦੋਂ ਇਹ ਸਵਾਲ ਜ਼ਰੂਰ ਆ ਕਮੈਂਟਾਂ ਦੇ ਵਿੱਚ। ਹਾਲਾਂਕਿ ਬਹੁਤ ਲੋਕ ਬਹੁਤ ਇਹੋ ਜਿਹੀ ਸ਼ਬਦਾਵਲੀ ਵੀ ਵਰਤਦੇ ਜਿਹੜੀ ਆਪਾਂ ਪੜ੍ਹਨ ਯੋਗ ਨਹੀਂ ਹੁੰਦੀ, ਉਹ ਤਾਂ ਚਲੋ ਉੱਥੇ ਪਤਾ ਲੱਗ ਜਾਂਦਾ ਵੀ ਬੰਦੇ ਦਾ ਕੀ ਸਟੈਂਡ ਆ। ਪਰ ਜਿਵੇਂ ਹੁਣ ਤੁਹਾਨੂੰ ਲੈ ਕੇ ਕਈ ਲੋਕ ਕਹਿੰਦੇ ਵੀ ਇਹ ਬੰਦੇ ਆ ਗਏ ਆ, ਇੰਟਰਵਿਊ ਵਾਲੇ ਬਿਠਾ ਲੈਂਦੇ ਆ ਵੀ ਇਹਨਾਂ ਦੇ ਜਿਹੜੇ ਖਿਆਲਾਤ ਆ ਉਹ ਕਾਮਰੇਡੀ ਨੇ, ਜਿਹੜੀ ਉਹ ਗੱਲ ਫਸ ਕੇ ਰਹਿ ਗਈ। ਉਹ ਜਿਹੜਾ ਅੱਜ ਦਾ ਨੌਜਵਾਨ ਆ, ਉਹ ਜਿਹੜਾ ਸਿਸਟਮ ਫਸ ਕੇ ਰਹਿ ਗਿਆ ਵੀ ਅਸਲ ਦੇ ਵਿੱਚ ਉਹ ਕਿੱਥੇ ਆ, ਉਹਨਾਂ ਨੂੰ ਕੀ ਜਵਾਬ? ਇਹ ਤੀਜਾ ਪੱਧਰ ਹੈ, ਇਹ ਸਿਆਸੀ ਪੱਧਰ ਹੈ। ਠੀਕ ਹੈ, ਇੱਥੇ ਸਾਡੀ ਸਿਆਸਤ ਵਾਲੀ ਸ਼ੁਰੂ ਹੋ ਜਾਂਦੀ ਹੈ। ਹੁਣ ਕੀ ਹੈ, ਜਦੋਂ ਧਾਰਮਿਕ ਤੌਰ ਤੇ ਅਸੀਂ ਇੱਕ ਸਾਡੀ ਪਛਾਣ ਨੂੰ ਹੀ ਸਭ ਕੁਝ ਅੰਤਮ ਮੰਨਿਆ ਜਾ ਰਿਹਾ ਹੈ, ਜਿਹਦੇ ਵਿੱਚ ਬਿਲਕੁਲ ਗੱਲ ਹੀ ਨਹੀਂ ਹੋ ਰਹੀ ਅਧਿਆਤਮਿਕਤਾ ਦੀ, ਤਾਂ ਫਿਰ ਸਿਆਸਤ ਦੇ ਲਈ ਸਾਨੂੰ ਪੁਚਲਾਣਾ ਹੋਰ ਵੀ ਸੌਖਾ ਹੋ ਜਾਂਦਾ। ਹੁਣ ਆ ਜਾਂਦੀ ਹੈ ਸਿਆਸਤ। ਹੁਣ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਜਿਹੜਾ ਸਟਰਕਚਰ ਹੈ, ਜਿਵੇਂ ਇਹ ਵਰਤਮਾਨ ਪੰਜਾਬ ਬਣਿਆ ਜਾਂ ਇਦਾਂ ਕਹਿ ਲਓ ਅੰਗਰੇਜ਼ਾਂ ਦੇ ਟਾਈਮ ਤੋਂ ਹੀ, ਅੰਗਰੇਜ਼ਾਂ ਦੇ ਟਾਈਮ ਤੋਂ ਹੀ ਜੋ ਸਾਜ਼ਿਸ਼ਾਂ ਸਾਡੇ ਨਾਲ ਸ਼ੁਰੂ ਹੋਈਆਂ, ਉਸ ਤੋਂ ਪਹਿਲਾਂ ਵੀ ਰੈਦਰ ਧਰਮ ਦੇ ਵਿੱਚ ਰੌਲਾ ਘਚੋਲਾ ਸ਼ੁਰੂ ਹੋ ਚੁੱਕਿਆ ਸੀ। ਸਿਧਾਂਤਕ ਤੌਰ ਤੇ ਸਿੱਖੀ ਨੂੰ ਡਿਸਟਾਰਟ ਕਰਨੀਆਂ ਕੋਸ਼ਿਸ਼ਾਂ ਪਹਿਲਾਂ ਸ਼ੁਰੂ ਹੋ ਚੁੱਕੀਆਂ। ਅੰਗਰੇਜ਼ ਆ ਕੇ ਹਿੰਦੂ ਸਿੱਖ ਦਾ ਰੌਲਾ ਜਿਹੜਾ ਹੈਗਾ ਉਹ ਹੋਰ ਗਾੜਾ ਕਰ ਦਿੰਦੇ ਆ, ਮੁਸਲਮਾਨਾਂ ਨਾਲ ਸਾਨੂੰ ਲੜਾ ਦਿੰਦੇ ਆ, ਅਸੀਂ ਇਹਨਾਂ ਚੀਜ਼ਾਂ 'ਚ ਫਸਣਾ ਸ਼ੁਰੂ ਕਰ ਦਿੰਦੇ ਆ ਜੀ। ਔਰ ਫਿਰ ਕੀ ਹੈ ਕਿ ਇੱਕ ਚੀਜ਼ ਸਾਰੀਆਂ ਕੌਮਾਂ, ਸਾਰੇ ਰਾਜਿਆਂ ਨੂੰ ਸਮਝ ਆ ਚੁੱਕੀ ਹੈ, ਭਾਵੇਂ ਅੰਗਰੇਜ਼ ਹੋਣ, ਭਾਵੇਂ ਮੁਸਲਮਾਨ ਹੋਣ, ਔਰ ਭਾਵੇਂ ਉਹ ਸਾਡੇ ਹੁਣ ਦੇ ਰਾਜੇ ਹੋਣ, ਸਾਡੇ ਹੁਣ ਦੇ ਪੋਲੀਟੀਕਲ ਸਿਸਟਮ ਹੋਣ, ਉਹ ਇੱਕ ਚੀਜ਼ ਚੰਗੀ ਤਰ੍ਹਾਂ ਸਮਝ ਚੁੱਕੇ ਹੈ ਕਿ ਤੁਸੀਂ ਸਿੱਖਾਂ ਨੂੰ ਦੂਜਿਆਂ ਨਾਲੋਂ ਅਲੱਗ-ਥਲੱਗ ਕਿਵੇਂ ਕਰਨਾ। ਕਿਉਂਕਿ ਅਸੀਂ ਹੁਣ ਮਾਨਵਵਾਦੀ ਬਾਬੇ ਨਾਨਕ ਦੇ ਮਾਨਵਵਾਦੀ ਸਿਧਾਂਤਾਂ ਤੋਂ ਪਿੱਛੇ ਹਟ ਚੁੱਕੇ ਹਾਂ। ਤਾਂ ਹੁਣ ਸਿੱਖਾਂ ਨੂੰ ਅਲੱਗ ਕਿਵੇਂ ਕਰਨਾ? ਸਿੱਖਾਂ ਨੂੰ ਮੁਸਲਮਾਨਾਂ ਨਾਲ ਵੱਖ ਕਰ ਦਿਓ। ਤੁਹਾਡੇ ਤੇ ਇਹਨਾਂ ਨੇ ਮੱਧਕਾਲ 'ਚ ਹਮਲੇ ਕੀਤੇ, ਗੁਰੂ ਸਾਹਿਬਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦਿੱਤੀ। ਆ ਗੰਗੂ ਬ੍ਰਾਹਮਣ ਕਹਿ ਕੇ ਤੁਸੀਂ ਪੂਰੀ ਹਿੰਦੂ ਕਮਿਊਨਿਟੀ ਨੂੰ ਅਲੱਗ ਕਰ ਦਿਓ। ਹੁਣ ਈਸਾਈਆਂ ਦੇ ਨਾਲ ਵੀ ਅਸੀਂ ਘਰੇੜ ਪਾ ਕੇ ਬਹਿ ਗਏ। ਦਲਿਤਾਂ ਨਾਲ ਪਹਿਲਾਂ ਹੀ ਸਾਡੀ ਲੜਾਈ ਹੈ, ਉਹ ਸਾਡੀ ਰੋਟੀ ਰੋਜੀ ਦੀ ਇੱਕ ਇੱਦਾਂ ਕਹਿ ਲਓ ਜ਼ਮੀਨਾਂ ਦੀ ਅਲੱਗ ਤੋਂ ਰੌਲਾ ਹੈ। ਤਾਂ ਸਿੱਖਾਂ ਨੂੰ ਇਕੱਲੇ ਕਰਨ ਦੇ ਲਈ ਇਹ 5, 7, 10, 12 ਬਹੁਤ ਵਧੀਆ ਤਰੀਕੇ ਕੰਮ ਆਏ। ਉਹਦੇ ਵਿੱਚ ਸਭ ਤੋਂ ਵਧੀਆ ਤਰੀਕਾ ਆਹ ਕਾਮਰੇਡਾਂ ਵਾਲਾ। ਹੁਣ ਤੁਸੀਂ ਇਹ ਸਮਝੋ ਪੰਜਾਬ ਦੇ ਸਟਰਕਚਰ ਦੇ ਵਿੱਚ ਇਹ ਕਾਮਰੇਡ ਕਿੱਥੋਂ ਆਉਂਦੇ ਨੇ ਤੇ ਸਿੱਖ ਕਿੱਥੋਂ ਆਉਂਦੇ ਨੇ? ਦੋਨੋਂ ਹੀ ਤਾਂ ਇਦਾਂ ਕਹੋ ਕਿ ਰੱਜੇ ਪੁੱਜੇ ਜੱਟ ਪਰਿਵਾਰਾਂ ਚੋਂ ਜਾਂ ਚੰਗੇ ਪਰਿਵਾਰਾਂ ਚੋਂ ਆਉਂਦੇ ਨੇ। ਠੀਕ ਹੈ, ਦਲਿਤਾਂ ਦੇ ਕੁਝ ਮੁੰਡੇ ਨੇ ਜਿਹੜੇ ਖਾਸ ਤੌਰ ਦੇ ਉੱਪਰ ਚਿੰਤਨ ਨੇ, ਉਹ ਕਾਮਰੇਡੀ ਲਹਿਰ ਦੇ ਵਿੱਚ ਤੁਰੇ ਫਿਰਦੇ ਨੇ। ਤਾਂ ਹੁਣ ਤੁਸੀਂ ਦੇਖੋ ਕਿ ਉਹੀ ਮੁੰਡੇ ਸਿੱਖ ਨੇ, ਉਹੀ ਮੁੰਡੇ ਹਿੰਦੂ ਕਾਮਰੇਡ ਨੇ, ਦੋਨੋਂ ਕਿਸਾਨੀ ਨਾਲ ਜੁੜੇ ਹੀ ਪਰਿਵਾਰਾਂ ਵਿੱਚੋਂ ਮੇਨਲੀ ਆ ਰਹੇ ਨੇ, ਖੇਤੀ ਮਜ਼ਦੂਰੀ ਨਾਲ ਜੁੜੇ ਹੋਏ ਬੰਦੇ ਆ ਰਹੇ ਨੇ। ਤੇ ਉਹ ਦੋਨੋਂ ਰਲ ਕੇ ਇੱਕ ਬਹੁਤ ਤਕੜੀ ਤਾਕਤ ਬਣਦੇ ਆ, ਜਿਹੜੀ ਤਾਕਤ ਨੂੰ ਅਸੀਂ ਕਿਸਾਨ ਮੋਰਚੇ 'ਚ ਲੜਦੇ ਵੇਖਿਆ। ਤੇ ਉਹਨਾਂ ਨੂੰ ਪਾੜਨ ਦੇ ਲਈ ਇਹ ਪ੍ਰਵਚਨ ਬਹੁਤ ਵਧੀਆ ਕੰਮ ਆਉਂਦਾ ਕਿ ਅੱਧਿਆਂ ਨੂੰ ਤੁਸੀਂ ਕਾਮਰੇਡ ਕਹਿ ਕੇ ਪਾਸੇ ਕਰ ਦਿਓ, ਅੱਧਿਆਂ ਨੂੰ ਸਿੱਖ ਕਹਿ ਕੇ ਪਾਸੇ ਕਰ ਦਿਓ।
ਠੀਕ ਹੈ, ਬੰਦੇ ਉਹਨੇ ਕੀ ਨੇ। ਪਰ ਅੱਧਿਆਂ ਨੂੰ ਇਹ ਵੀ ਕਿਹਾ ਜਾਂਦਾ, ਜਦੋਂ ਹੁਣ ਆਪਾਂ ਪਿਛਲੀ ਵਾਰ ਵੀ ਇੰਟਰਵਿਊ ਕੀਤਾ ਜਾਂ ਅਕਸਰ ਤੌਰ ਦੇ ਉੱਤੇ 2-3 ਬੰਦੇ ਨੇ ਜਿਹੜੇ ਜਿਨ੍ਹਾਂ ਦਾ ਅਸੀਂ ਇੰਟਰਵਿਊ ਸੁਣਦੇ ਆ ਜਾਂ ਤੁਹਾਡੀ ਗੱਲ ਥੱਲੇ ਗੱਲ ਆਉਂਦੀ ਹੈ ਵੀ ਜਿਹੜਾ ਸਾਬਤ ਸੂਰਤ ਸਿੱਖ ਹੀ ਨਹੀਂ, ਜਿਵੇਂ ਤੁਹਾਨੂੰ ਲੈ ਕੇ ਗੱਲ ਜਾਂ ਕੁੱਕੀ ਗੱਲ ਜੀ ਨੂੰ ਵੀ ਬਹੁਤ ਸਾਰੇ ਲੋਕ ਪਹਿਲਾਂ ਕਹਿ ਦਿੰਦੇ ਵੀ ਜਿਹਦੇ ਦਾੜੀ ਨਹੀਂ ਰੱਖੀ ਉਹ ਸਿੱਖੀ ਦੀ ਗੱਲ ਕਿਉਂ ਕਰਦਾ, ਵੀ ਇਹ ਗੱਲ ਕਿਉਂ ਆ ਜਾਂਦੀ ਹੈ ਵੀ ਕੀ। ਹਾਂ, ਤੇ ਫਿਰ ਹੁਣ ਤੁਸੀਂ ਦੇਖੋ ਕਿ ਸਿੱਖਾਂ ਦੇ ਵਿੱਚ ਇੱਕ ਨਵੀਂ ਸੈਕਟ ਹੈ ਕਿ ਤੁਸੀਂ ਇਹ ਵੀ ਇੱਕ ਨਵਾਂ ਲੜਾਈ ਦਾ ਰੌਲਾ ਬਣਾ ਲਓ। ਹੁਣ ਦੇਖੋ ਸਿੱਖ ਧਰਮ ਦੀ ਇਹ ਦੁਵਿਧਾ ਹੈ ਕਿ ਉਹ ਆਪਣੇ ਰਹਿਤ ਨੂੰ ਲੈ ਕੇ ਧਾਰਮਿਕ ਤੌਰ ਤੇ ਕੀ ਕਰਨ, ਜਿਹੜਾ ਇਹ ਵੀ ਇੱਕ ਧਰਮ ਨਾਲ ਜੁੜਿਆ ਹੋਇਆ ਵੱਡਾ ਮਸਲਾ ਹੈ ਕਿ ਰਹਿਤ ਨੂੰ ਲੈ ਕੇ ਕੀ ਕੀਤਾ ਜਾਵੇ। ਹੁਣ ਧਾਲੀਵਾਲ ਸਾਹਿਬ ਪ੍ਰੋਬਲਮ ਇਹ ਹੈ, ਹੁਣ ਮੈਂ ਤੁਹਾਨੂੰ ਧਾਲੀਵਾਲ ਸਾਹਿਬ ਕਹਿ ਕੇ ਬੁਲਾ ਰਹੇ ਹਾਂ, ਤੁਸੀਂ ਜਾਣਦੇ ਹੋ ਕਿ ਜੇ ਸਿੱਖੀ ਦੀ ਗੱਲ ਕਰਨੀ ਹੋਵੇ ਤਾਂ ਫਿਰ ਤੁਹਾਡੇ ਸਿੰਘ ਤੋਂ ਬਾਅਦ ਮਗਰ ਕੁਝ ਨਹੀਂ ਲੱਗ ਸਕਦਾ। ਬਿਲਕੁਲ ਨਹੀਂ ਲੱਗ ਸਕਦਾ ਨਾ, ਲੇਕਿਨ ਅਸੀਂ ਜਾਣਦੇ ਹਾਂ ਸਾਰੇ ਪ੍ਰਾਊਡਲੀ ਲਾਉਂਦੇ ਨੇ। ਮਤਲਬ ਕੀ ਹੋਇਆ ਕਿ ਇਹ ਚੀਜ਼ ਸਾਨੂੰ ਸੂਟ ਕਰਦੀ ਹੈ। ਇਹ ਕਹਿੰਦੇ ਕਵਾਂ ਦੇ ਸਿੱਖ ਲੀਡਰਾਂ ਨੂੰ ਵੀ ਸੂਟ ਕਰਦੀ ਆ, ਉਹ ਵੀ ਆਪਣੇ ਨਾਂ ਦੇ ਮਗਰ ਇਹ ਜਾਤ ਗੋਤ ਲਾ ਲੈਂਦੇ ਨੇ। ਅਸੀਂ ਕੀ ਕੀਤਾ, ਇੱਕ ਧਰਮ ਦਾ ਪੋਰਟੇਬਲ ਰੂਪ ਕ੍ਰੀਏਟ ਕਰ ਲਿਆ। ਜਿਹੜੀ ਚੀਜ਼ ਸਾਨੂੰ ਸੂਟ ਕਰਦੀ ਹੈ ਅਸੀਂ ਉਸ ਦੇ ਵਿੱਚ ਅਜ਼ੰਪਸ਼ਨ ਲੈ ਲਈ, ਬਾਕੀਆਂ ਚੀਜ਼ਾਂ ਤੇ ਕੱਟੜ ਹੋ ਗਏ। ਹੁਣ ਦੇਖੋ ਜੱਟ ਪਰਿਵਾਰਾਂ ਦੇ ਵਿੱਚੋਂ ਕਿੰਨੇ ਮੁੰਡੇ ਨੇ ਜਿਹੜੇ ਕੈਨੇਡਾ ਅਮਰੀਕਾ ਜਾ ਚੁੱਕੇ ਨੇ, ਉਹਨਾਂ ਨੇ ਕੇਸ ਨਹੀਂ ਰੱਖੇ ਹੋਏ, ਦਾੜੀ ਨਹੀਂ ਰੱਖੀ ਹੋਈ, ਲੇਕਿਨ ਉਹਨਾਂ ਦੇ ਮਨ ਵਿੱਚ ਸਿੱਖੀ ਹੈ। ਉਹ ਸਿੱਖੀ ਲਈ ਬੋਲਦੇ ਨੇ, ਸਿੱਖੀ ਲਈ ਲੜਦੇ ਨੇ। ਠੀਕ ਹੈ, ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਤੁਸੀਂ ਉਹਨਾਂ ਦਾ ਕੀ ਕਰੋਗੇ। ਔਰ ਤੁਸੀਂ ਇਹ ਵੀ ਮੰਨ ਕੇ ਚੱਲੋਗੇ ਕਿ ਸਾਬਤ ਸੂਰਤ ਮੁਸ਼ਕਲ ਨਾਲ 4-6-10% ਹੋਣ ਬਹੁਤ ਵੱਡੀ ਗੱਲ ਹੋਊਗੀ ਜੇ ਸਿੱਖਾਂ ਦੇ ਵਿੱਚ ਤੁਹਾਨੂੰ ਇੰਨੇ ਲੱਭ ਜਾਣ, ਤਾਂ 90% ਲੋਕਾਂ ਦਾ ਕੀ ਕਰੋਗੇ ਤੁਸੀਂ। ਠੀਕ ਹੈ, ਹੁਣ ਇੱਥੋਂ ਫਿਰ ਮੈਂ ਤੁਹਾਨੂੰ ਕਹਿੰਦਾ ਕਿ ਸਿੱਖ ਧਰਮ ਧਾਰਮਿਕ ਤੌਰ ਤੇ ਇੱਥੇ ਵੀ ਉਲਝਿਆ ਹੋਇਆ। ਇੱਕ ਪਾਸੇ ਮੈਨੂੰ ਉਹੀ ਬੰਦੇ ਗਾਲ ਕੱਢਦੇ ਨੇ ਕਿ ਇਹ ਦਾੜੀ ਕੱਟਿਆ ਹੋਇਆ ਜਿਨ੍ਹਾਂ ਦੇ ਆਪਣੇ ਪ੍ਰੋਫਾਈਲ ਤੇ ਦੀਪ ਸਿੱਧੂ ਦੀ ਫੋਟੋ ਲੱਗੀ ਹੈ, ਜਿਹੜਾ ਕਿ ਕਲੀਨ ਸ਼ੇਵ ਨੇ। ਸਮਝੋ ਨਾ, ਹੁਣ ਇੱਕ ਪਾਸੇ ਅਸੀਂ ਦੀਪ ਸਿੱਧੂ ਨੂੰ ਵੀ ਹੀਰੋ ਮੰਨਣ ਨੂੰ ਅਸੀਂ ਕਹਿੰਦੇ ਆ, ਸਾਡਾ ਯੋਧਾ ਉਹ, ਦੂਜੇ ਪਾਸੇ ਅਸੀਂ ਉਹਦੀ ਕਲੀਨ ਸ਼ੇਵਨ ਉਸ ਨੂੰ ਵੀ ਉੱਥੇ ਸਵੀਕਾਰ ਕਰ ਲੈਂਦੇ ਆ। ਅਸੀਂ ਦੂਜੇ ਪਾਸੇ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਅਸੀਂ ਗਾਲ ਵੀ ਕੱਢ ਸਕਦੇ ਆ ਉਸ ਤੋਂ ਖੜ ਕੇ, ਤੇ ਸਾਨੂੰ ਉਹ ਭੈੜੀ ਨਹੀਂ ਲੱਗਦੀ। ਤਾਂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਧਾਰਮਿਕ ਤੌਰ ਤੇ ਸਿੱਖੀ ਦੇ ਵਿੱਚ ਸਭ ਤੋਂ ਵੱਡਾ ਭੰਬਲ ਭੂਸਾ ਇਹ ਵੀ ਹੈ ਕਿ ਇਹਦੇ ਬਾਰੇ ਕਦੇ ਕੋਈ ਖੁੱਲ੍ਹ ਕੇ ਗੱਲ ਨਹੀਂ ਕਰਦਾ, ਨਾ ਕਰਨ ਦਿੱਤੀ ਜਾਂਦੀ ਹੈ ਕਿ ਸਾਨੂੰ ਜਿਹੜਾ ਇਹ ਰਹਿਤ ਪੂਰੀ ਦੀ ਪੂਰੀ ਰਹਿਤ ਸਾਡੀ ਹੈ, ਸਾਡੇ ਲਈ ਹੁਣ ਕਿੰਨੀ ਕੁ ਲਾਜ਼ਮੀ ਹੈ, ਔਰ ਬਦਲਦੇ ਪਰਸਪੈਕਟਿਵ ਦੇ ਵਿੱਚ ਅਸੀਂ ਉਸ ਨੂੰ ਕਿੱਥੋਂ ਤੱਕ ਨਿਭਾ ਸਕਦੇ ਹਾਂ। ਜਿਹੜੇ ਬੰਦੇ ਨਹੀਂ ਨਿਭਾ ਸਕੇ ਉਹਨਾਂ ਲਈ ਅਸੀਂ ਕੀ ਸਾਡਾ ਉਹਨਾਂ ਲਈ ਵਿਧਾਨ ਹੈ, ਅਸੀਂ ਉਹਨਾਂ ਨੂੰ ਕੁਝ ਮੰਨਣਾ ਹੈ ਕਿ ਨਹੀਂ ਮੰਨਣਾ। ਠੀਕ ਹੈ, ਇਸ ਦੇ ਉੱਪਰ ਤੁਹਾਨੂੰ ਹੁਣ ਵਿਚਾਰ ਕਰਨਾ ਹੀ ਪਊਗਾ, ਨਹੀਂ ਤਾਂ ਫਿਰ ਤੁਸੀਂ ਕਿਵੇਂ ਕਰੋਗੇ। ਇੱਥੇ ਤੁਸੀਂ ਚਲੇ ਜਾਓ, ਆਹ ਬਾਹਰ ਮੈਂ 5-7 ਦਿਨ ਪਹਿਲਾਂ ਇੱਥੇ ਜਦੋਂ ਆਹ ਰੌਲਾ ਪਿਆ ਹੁਣ ਇੱਥੇ ਗ੍ਰਿਫਤਾਰੀ ਦੇ ਲੈ ਕੇ ਅੰਮ੍ਰਿਤਪਾਲ ਜੀ ਦੀ ਨੂੰ, ਤਾਂ ਉੱਥੇ ਅਸੀਂ ਦੇਖਿਆ ਕਿ ਉੱਥੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਸਿਰ ਦੇ ਉੱਪਰ ਪਟਕੇ ਬੰਨੇ ਹੋਏ ਨੇ ਉਹਨਾਂ ਦੇ, ਦਾੜੀ ਤਾਂ ਕਿਸੇ ਦੇ ਵੀ ਨਹੀਂ, ਅੱਧੇ ਤਾਂ ਕਲੀਨ ਸ਼ੇਵਨ ਵਿੱਚ। ਗੁਰਦੁਆਰਾ ਸੋਹਾਣਾ ਸਾਹਿਬ, ਹਾਂ ਗੁਰਦੁਆਰਾ ਸੋਹਾਣਾ ਸਾਹਿਬ ਦੇ ਬਾਹਰ ਜਾਂ ਦਾੜੀ ਕੱਟੀ ਦੀ ਸਿਰ ਤੇ ਬੰਨੇ ਹੋਏ ਨੇ, ਮੁੱਛਾਂ ਦੂਜੇ ਤਰੀਕੇ ਦੀਆਂ, ਸਾਰਾ ਕੁਝ ਖੱਤ ਕੱਢੇ ਹੋਏ ਆ ਉਹਨਾਂ ਦੇ, ਲੇਕਿਨ ਉਹ ਲੜ ਸਿੱਖ ਧਰਮ ਲਈ ਰਹੇ ਆ। ਤਾਂ ਹੁਣ ਸਿੱਖੀ ਨੂੰ ਇਸ ਬਾਰੇ ਧਾਰਮਿਕ ਤੌਰ ਤੇ ਇਸ ਭੰਬਲ ਭੂਸੇ ਬਾਰੇ ਗੱਲ ਕਰਨੀ ਪਊਗੀ, ਤੁਹਾਨੂੰ ਇਹਦੇ ਨਿਯਮ ਕਾਨੂੰਨ ਬਣਾਉਣੇ ਪੈਣਗੇ। ਇਹ ਨਹੀਂ ਹੋ ਸਕਦਾ ਕਿ ਤੁਸੀਂ ਦੀਪ ਸਿੱਧੂ ਵਾਲੀ ਫੋਟੋ ਤੋਂ ਜਾਂ ਅਕਾਲ ਤਖਤ ਦੇ ਜਥੇਦਾਰ ਨੂੰ ਗਾਲ ਕੱਢੋ। ਇਹ ਉਦੋਂ ਹੀ ਨਿਕਲੂਗੀ ਜਦੋਂ ਸਾਡਾ ਵਿਜ਼ਨ ਕਲੀਅਰ ਨਹੀਂ ਹੈ। ਤਾਂ ਸਿੱਖ ਧਰਮ ਇੱਥੇ ਵੀ ਫਸਿਆ ਹੋਇਆ। ਤਾਂ ਹੁਣ ਸਾਨੂੰ ਇਸ ਗੱਲ ਤੇ ਵਿਚਾਰ ਕਰਨੀ ਪਊਗੀ ਕਿ ਇਹ ਰਹਿਤ ਸਾਡੇ ਲਈ ਕਿੰਨੀ ਇੰਪੋਰਟੈਂਟ ਹੈ, ਅਸੀਂ ਕਿੰਨੇ ਕੁ ਪੱਧਰ ਤੱਕ ਅਪਣਾ ਸਕਦੇ ਹਾਂ, ਕਿੰਨੇ ਕੁ ਪੱਧਰ ਤੱਕ ਛੱਡ ਸਕਦੇ ਹਾਂ, ਛੱਡ ਵੀ ਸਕਦੇ ਹਾਂ ਕਿ ਨਹੀਂ, ਸਾਡੇ ਲਈ ਇਹ ਕਿੱਡਾ ਕੁ ਵੱਡਾ ਮਸਲਾ ਹੈ। ਜੇ ਪਾਲੀ ਜੀ ਆਪਾਂ ਇੱਕ ਹੋਰ ਗੱਲ ਕਰੀਏ, ਜਿਹੇ ਜਿਹਾ ਮਾਹੌਲ ਆਹ ਦਿਨਾਂ ਦੇ ਵਿੱਚ ਬਣਿਆ ਜਾਂ ਜਿਹੜੀਆਂ ਚੀਜ਼ਾਂ ਹੋਈਆਂ ਖਾਸ ਕਰਕੇ ਅਜਨਾਲੇ ਤੋਂ ਬਾਅਦ, ਜਿਵੇਂ ਹੁਣ ਬਹੁਤ ਸਾਰੇ ਲੋਕਾਂ ਦੇ ਘਰੇ ਜਾ ਕੇ ਪੁਲਿਸ ਨੇ ਪੁੱਛਗਿੱਛ ਕੀਤੀ, ਉਹਨਾਂ ਚੋਂ ਪੱਤਰਕਾਰ ਵੀ ਕਹਿ ਰਹੇ ਆ, ਉਹ ਟਵਿੱਟਰ ਹੈਂਡਲ ਵੀ ਕਿਹਨਾਂ ਦੇ ਉੱਡ ਗਏ ਨੇ, ਪੇਜ ਵੀ ਉੱਡ ਗਏ, ਚੈਨਲ ਤੱਕ ਉੱਡ ਗਏ। ਉੱਥੇ ਤੁਹਾਨੂੰ ਕੀ ਲੱਗਦਾ ਹੈਗਾ ਵੀ ਵਾਕਿਆ ਦੇ ਵਿੱਚ ਪੱਤਰਕਾਰਾਂ ਨੇ ਕੁਝ ਅਜਿਹਾ ਗਲਤ ਕਰਤਾ, ਜਾਂ ਤੁਹਾਨੂੰ ਲੱਗਦਾ ਹੈਗਾ ਵੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਆ, ਕਿ ਤੁਸੀਂ ਇਹਨਾਂ ਦੋਨੇ ਗੱਲਾਂ ਤੋਂ ਵੱਖਰਾ ਕੁਝ ਸੋਚ ਰਹੇ ਹੋ? ਨਹੀਂ, ਮੈਨੂੰ ਪੱਤਰਕਾਰਾਂ ਉੱਪਰ ਸੁਸਾਇਟੀ ਵਿੱਚ ਜਦੋਂ ਕਦੇ ਵੀ ਇਦਾਂ ਦੀ ਸਖਤੀ ਹੁੰਦੀ ਹੈ, ਉਹ ਆਵਾਜ਼ ਬੰਦ ਕਰਨ ਵਾਲਾ ਹੀ ਮਸਲਾ ਹੁੰਦਾ ਹੈ। ਦੇਖੋ, ਪੱਤਰਕਾਰ ਚੰਗਾ ਬੋਲੇ ਮਾੜਾ ਬੋਲੇ, ਪੱਤਰਕਾਰ ਦਾ ਬੋਲਣਾ ਜ਼ਰੂਰੀ ਹੈ। ਠੀਕ ਹੈ, ਕਈ ਲੋਕ ਕਹਿੰਦੇ ਨੇ ਪੱਤਰਕਾਰ ਗੰਦ ਪਾਉਂਦੇ ਨੇ, ਪੱਤਰਕਾਰ ਆਹ ਕਰਦੇ ਨੇ, ਪੱਤਰਕਾਰ ਉਹ ਕਰਦੇ ਨੇ। ਅਸੀਂ ਇਸ ਗੱਲ ਦਾ ਨਿਰਣਾ ਕਰਨ ਵਾਲੇ ਕੌਣ ਹੁੰਦੇ ਆ, ਕਿਹੜੇ ਪੱਤਰਕਾਰ ਨੇ ਸਹੀ ਕੀਤਾ, ਕਿਹੜੇ ਗਲਤ ਕੀਤਾ? ਜਦੋਂ ਸਾਨੂੰ ਪਤਾ ਹੈ ਕਿ ਇਹ ਇੱਕ ਬਿਜ਼ਨਸ ਬਣ ਚੁੱਕਿਆ ਹੈ, ਸਰਕਾਰਾਂ ਖੁਦ ਇਸ ਬਿਜ਼ਨਸ ਨੂੰ, ਮਤਲਬ ਕਿ ਕਿਹੜੀ ਸਰਕਾਰ ਹੈ, ਕਿਹੜੀ ਪੋਲੀਟੀਕਲ ਪਾਰਟੀ ਹੈ ਜਿਹੜੀ ਸੱਤਾ ਵਿੱਚ ਆਉਣ ਦੇ ਲਈ ਪੱਤਰਕਾਰਾਂ ਨਾਲ ਸਮਝੌਤਾ ਨਹੀਂ ਕਰਦੀ, ਮੀਡੀਆ ਨੂੰ ਨਹੀਂ ਖਰੀਦਦੀ। 2014 ਤੋਂ ਬਾਅਦ ਤਾਂ ਤੁਸੀਂ ਸਮਝ ਲਓ ਇਹ ਬਹੁਤ ਸਧਾਰਨ ਜੀ ਗੱਲ ਹੋ ਚੁੱਕੀ ਹੈ। ਠੀਕ ਹੈ, ਤਾਂ ਪੱਤਰਕਾਰ ਵੀ, ਜਿਹੜੇ ਪੱਤਰਕਾਰ ਰੌਲਾ ਪਾਉਂਦੇ ਨੇ, ਕੁਝ ਪੱਤਰਕਾਰ ਵੀ ਵਿਕਦੇ ਨੇ। ਠੀਕ ਹੈ ਨਾ, ਉਦੋਂ ਹੀ ਸਖਤੀ ਹੁੰਦੀ ਹੈ ਜਿਹੜੇ ਪੱਤਰਕਾਰਾਂ ਨੇ ਪੈਸੇ ਲਿੱਤੇ ਹੁੰਦੇ ਆ, ਉਹ ਬੋਲਣ ਜੋਗੇ ਨਹੀਂ ਹੈ। ਠੀਕ ਹੈ, ਤੇ ਫਿਰ ਦਮਨ ਦਾ ਇਹ ਤਰੀਕਾ ਚੱਲ ਪੈਂਦਾ, ਪੱਤਰਕਾਰ ਵੀ ਉਹਦੇ ਵਿੱਚ ਦਵੱਲੇ ਜਾਂਦੇ ਨੇ, ਔਰ ਉਹਦੇ ਵਿੱਚ ਫਿਰ ਬੋਲਣ ਵਾਲੇ ਸਧਾਰਨ ਬੰਦੇ ਵੀ ਦਵੱਲੇ ਜਾਂਦੇ ਨੇ। ਮੇਰੇ ਵਰਗੇ ਨੂੰ ਵੀ ਗਾਲ ਵਰਦੀ ਆ, ਉਹਦੇ ਵਿੱਚ ਧਮਕੀਆਂ ਮਿਲਦੀਆਂ ਨੇ।
ਹਕੀਕਤ ਦੇ ਵਿੱਚ ਕੋਈ ਵੀ ਸਰਕਾਰ ਹੈ ਉਹ ਬੇਸਿਕਲੀ ਉਹ ਦਮਨ ਦੇ ਰਾਹ ਤੇ ਚੱਲੀ ਹੋਈ ਹੈ। ਭਾਰਤ ਦੇ ਢਾਂਚੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੀ ਦੁਨੀਆ ਦੇ ਵਿੱਚ ਵਾਰ-ਵਾਰ ਜਿਹੜੇ ਅੰਕੜੇ ਆਉਂਦੇ ਨੇ ਉਹ ਦੱਸਦੇ ਨੇ ਕਿ ਪੱਤਰਕਾਰੀ ਦੇ ਮਾਮਲੇ ਦੇ ਵਿੱਚ ਬੋਲਣ ਦੀ ਆਜ਼ਾਦੀ ਦੇ ਮੁਕਾਬਲੇ ਵਿੱਚ ਸਾਡਾ ਦੇਸ਼ ਬਹੁਤ ਫਿਸੱਡੀ ਹੈ। ਠੀਕ ਹੈ, ਪੰਜਾਬ 'ਚ ਇਹ ਨਵੀਂ ਚੀਜ਼ ਹੈ। ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਪਿਛਲੇ 5-7 ਸਾਲਾਂ ਤੋਂ ਸਖਤੀ ਹੋਣ ਲੱਗੀ ਹੈ ਪੱਤਰਕਾਰਾਂ ਦੇ ਉੱਪਰ। ਪਹਿਲਾਂ ਪੰਜਾਬ ਇਸ ਤਰੀਕੇ ਦਾ ਮੈਨੂੰ ਲੱਗਦਾ ਮਾਹੌਲ ਮੈਨੂੰ ਨਹੀਂ ਲੱਗਦਾ। ਮੈਂ ਕਹਿ ਸਕਦਾ ਕਿ 84 ਦੇ ਦੌਰਾਨ ਵੀ ਪੱਤਰਕਾਰਾਂ ਦੇ ਉੱਪਰ ਏਡੇ ਵੱਡੇ ਸੰਕਟ ਨਹੀਂ ਸੀਗੇ ਜਿੱਡੇ ਹੁਣ ਸੰਕਟ ਅਸੀਂ ਪਿਛਲੇ 5-7 ਸਾਲਾਂ ਤੋਂ ਦੇਖ ਰਹੇ ਹਾਂ। ਇੱਕ ਖਾਸ ਕਰਕੇ ਸੋਸ਼ਲ ਮੀਡੀਆ ਤੇ ਇੱਕ ਹੋਰ ਚੀਜ਼ ਦੇਖੀ ਜਾਂਦੀ ਹੈ, ਮੈਂ ਇੱਥੇ ਕਿਸੇ ਦਾ ਨਾਮ ਨਹੀਂ ਲਵਾਂਗਾ, ਜੇ ਤੁਸੀਂ ਕਿਸੇ ਦੇ ਹੱਕ 'ਚ ਬੋਲਤਾ ਤਾਂ ਤੁਸੀਂ ਵੀ ਬਹੁਤ ਵਧੀਆ, ਬੱਲੇ ਬੱਲੇ, ਤੁਸੀਂ ਯੋਧੇ ਤੱਕ ਦੇ ਤੁਹਾਨੂੰ ਸਰਟੀਫਿਕੇਟ ਮਿਲ ਜਾਂਦੇ ਆ। ਜੇ ਤੁਸੀਂ 5-6 ਦਿਨਾਂ ਬਾਅਦ ਜਾਂ 2-3 ਮਹੀਨਿਆਂ ਬਾਅਦ ਉਹਦੇ ਖਿਲਾਫ ਬੋਲਤਾ ਫਿਰ ਤੁਹਾਡੀ ਮਾਂ ਨੂੰ ਤੁਹਾਡੀ ਭੈਣ ਨੂੰ ਐਂ ਵੀ ਹੋ ਜਾਂਦਾ। ਬੰਦੇ ਉਹੀ ਨੇ। ਹਾਂ, ਬੇਸਿਕਲੀ ਤਾਂ ਉਹੀ ਹੈ ਨਾ ਕਿ ਸਾਰੀ ਦੀ ਸਾਰੀ ਇੱਕ ਗੇਮ ਚੱਲਦੀ ਪਈ ਹੈ। ਸੋਸ਼ਲ ਮੀਡੀਆ ਉੱਪਰ ਇੱਕ ਹੈਕਿੰਗ ਗੇਮ ਚੱਲਦੀ ਪਈ ਹੈ। ਸੋਸ਼ਲ ਮੀਡੀਆ ਇੱਕ ਪਾਵਰ ਬਣ ਚੁੱਕਿਆ ਹੈ, ਤਾਕਤ ਬਣ ਚੁੱਕੀ ਹੈ। ਇਹਦੇ ਉੱਪਰ ਆਮ ਲੋਕ ਵਿਚਰਦੇ ਨੇ। ਇਹ ਆਮ ਲੋਕਾਂ ਨਾਲ ਸਿੱਧਾ ਕਨੈਕਟਡ ਮੀਡੀਆ ਹੈ ਤੇ ਫਿਰ ਆਮ ਲੋਕਾਂ ਨੂੰ ਪਹੁੰਚਾਉਣ ਦਾ, ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈਣ ਦਾ ਤਰੀਕਾ ਇਹੀ ਹੈ ਕਿ ਲੋਕ ਗੱਲ ਕਰਨ। ਜਿਹੜੀਆਂ ਪੋਲੀਟੀਕਲ ਪਾਰਟੀਆਂ, ਜਿਹੜੇ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਨੇ, ਜਦੋਂ ਤੱਕ ਤੁਸੀਂ ਉਹਨਾਂ ਦੀ ਗੱਲ ਕਰੀ ਜਾਓਗੇ ਉਹ ਖੁਸ਼ ਹੈ। ਜਿੱਦਣ ਤੁਸੀਂ ਇਹੋ ਜਿਹੀ ਗੱਲ ਕਰਦੇ ਹੋ ਕਿ ਜਿਹੜੀ ਉਹ ਨਹੀਂ ਸੁਣਨਾ ਚਾਹੁੰਦੇ ਤਾਂ ਫਿਰ ਉਹ ਤੁਹਾਨੂੰ ਗਾਲ ਕੱਢਣਗੇ, ਭਾਵੇਂ ਉਹ ਸਰਕਾਰ ਹੈ, ਭਾਵੇਂ ਉਹ ਆਮ ਲੋਕ ਹੈ। ਹਰ ਪੱਧਰ ਦੇ ਉੱਪਰ ਪੱਤਰਕਾਰਾਂ ਉੱਪਰ, ਬੋਲਣ ਵਾਲਿਆਂ ਉੱਪਰ ਸਖਤੀ ਹੈ ਔਰ ਇਹ ਇੱਕ ਖਤਰਨਾਕ ਚੀਜ਼ ਬਣ ਚੁੱਕੀ ਹੈ। ਤੁਹਾਡੇ ਤੇ ਵੀ ਸਖਤੀ ਹੋ ਰਹੀ ਹੈ ਜਿਹੜੇ ਬੰਦੇ ਬੋਲ ਰਹੇ ਆ ਬੇਬਾਕੀ ਦੇ ਨਾਲ ਕਿ ਠੀਕ ਹੈ ਸਾਰਾ ਕੁਝ? ਦੇਖੋ, ਗਾਲਾਂ ਗੂਲਾਂ ਤਾਂ ਕਾਫੀ ਦੇਰ ਤੋਂ ਪੈ ਰਹੀਆਂ ਨੇ। ਕਿਸਾਨ ਅੰਦੋਲਨ ਦੇ ਵੇਲੇ ਬਹੁਤ ਵੱਡੇ ਪੱਧਰ ਦੇ ਉੱਪਰ ਧਮਕੀਆਂ ਗਾਲਾਂ ਦਾ ਕੰਮ ਹੋਇਆ ਔਰ ਹੁਣ ਤੱਕ ਉਹ ਚੱਲਿਆ ਆ ਰਿਹਾ। ਤੁਸੀਂ ਦੇਖਿਆ ਹੋਣਾ ਮੇਰੀ ਆਏ ਦਿਨ ਮੇਰੀ ਇੱਕ ਨਵੀਂ ਫੋਟੋ ਜੀ ਪਾ ਦਿੰਦੇ ਹੈਗੇ 5-7 ਬੰਦਿਆਂ ਨਾਲ ਜੋੜ ਕੇ, ਇਹ ਸਿੱਖ ਧਰਮ ਦੇ ਗੱਦਾਰ, ਇਹ ਸਟੇਟ ਦੇ ਦੱਲੇ ਵਗੈਰਾ ਵਗੈਰਾ। ਤਾਂ ਉਹਦੀ ਤਾਂ ਹੁਣ ਆਦਤ ਹੋ ਚੁੱਕੀ ਹੈ। ਲੇਕਿਨ ਕਦੇ ਕਦੇ ਉਹ ਧਮਕੀਆਂ ਵੀ ਦਿੰਦੇ ਆ ਔਰ ਕਦੇ ਕਦੇ ਪਰ ਉਹ ਇਸ ਨਾਲ ਸਵਾਲ ਵੀ ਕਰਦੇ ਵੀ ਇਹ ਬੰਦੇ ਬੋਲਣੋਂ ਚੁੱਪ ਕਿਉਂ ਨਹੀਂ ਕਰਦੇ? ਉਹ ਜਵਾਬ ਦੇ ਦਿਓ ਅੱਜ ਵੀ ਬੋਲ। ਮੈਂ ਕਹਿੰਦਾ ਜਿੱਦਣ ਅਸੀਂ ਕਰ ਗਏ ਨਾ ਚੁੱਪ, ਇਹ ਇਹਨਾਂ ਲਈ ਵੀ ਖਤਰਨਾਕ ਹੋ ਜਾਊਗਾ। ਇਹ ਜਿਹੜੇ ਆਪਣੇ ਆਪ ਨੂੰ ਘੁਲਾਟੀਏ ਕਹਿੰਦੇ ਨੇ ਕਿ ਅਸੀਂ ਆ ਫਲਾਣੇ ਵਿਚਾਰਧਾਰਾ ਲਈ ਲੜਦੇ ਹਾਂ, ਅਸੀਂ ਇਸ ਚੀਜ਼ ਲਈ ਲੜਦੇ ਹਾਂ, ਉਹਨਾਂ ਨੂੰ ਸਮਝਾਓ ਕਿ ਸਾਡੇ ਵਰਗੇ 4 ਬੰਦੇ ਛੱਡ ਦਿਓ। ਲੋੜ ਪੈਣ ਤੇ ਉਹਨਾਂ ਲਈ ਵੀ ਅਸੀਂ ਬੋਲਦੇ ਹਾਂ। ਜਦੋਂ ਪੁਲਿਸ ਸਖਤੀ ਕਰਦੀ ਹੈ, ਸਰਕਾਰਾਂ ਸਖਤੀ ਕਰਦੀਆਂ, ਉੱਥੇ ਵੀ ਅਸੀਂ ਹੀ ਬੋਲਦੇ ਹਾਂ। ਅਸੀਂ ਨਾਰਾਜ਼ਗੀਆਂ ਲੈ ਬੋਲਦੇ ਹਾਂ। ਮੇਰੀ ਤਾਂ ਆਪਦੀ ਸਰਕਾਰ ਆ, ਮੈਂ ਹੁਣ ਉਹਦੇ ਖਿਲਾਫ ਬੋਲਣੋਂ ਨਹੀਂ ਹਟਦਾ। ਮੈਂ ਉਹਨਾਂ ਨੂੰ ਰੋਜ਼ ਨਾਰਾਜ਼ ਕਰੀ ਬੈਠਾ ਹੁੰਦਾ। ਉਹਨਾਂ ਨੂੰ ਸਮਝਾਓ ਇਹ ਗੱਲ ਕਿ ਬੋਲਣ ਵਾਲੇ ਬੰਦੇ ਜਿਹੜੇ ਹੁੰਦੇ ਨਾ ਉਹ ਚੰਗੇ ਹੀ ਹੁੰਦੇ ਆ। ਉਹ ਜੇ ਅੱਜ ਤੁਹਾਡੇ ਖਿਲਾਫ ਬੋਲ ਰਹੇ ਆ, ਯਕੀਨ ਮੰਨੋ ਜਿੱਦਣ ਤੁਹਾਡੇ ਹੱਕ 'ਚ ਬੋਲਣਗੇ ਉਦਣ ਵੀ ਤੁਹਾਡੀ ਤਾਕਤ ਉਹੀ ਬਣਨਗੇ। ਬੋਲਣ ਵਾਲੇ ਬੰਦੇ ਕਿਸੇ ਵੀ ਸੁਸਾਇਟੀ 'ਚ ਹੋਣ, ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਇੱਕ ਲੈਵਲ ਤੇ ਉਹ ਗਲਤ ਬੋਲ ਰਹੇ ਹੋਣ, ਉਹਨਾਂ ਦਾ ਆਪਣਾ ਨਜ਼ਰੀਆ। ਉਹ ਕਦੇ, ਜਦੋਂ ਮੈਨੂੰ ਯਾਦ ਹੈ ਇਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀ ਮੈਂ, ਔਰ ਉਸ ਵੇਲੇ ਜਦੋਂ ਸਿਧਾਰਥ ਸ਼ੰਕਰ ਰੇ ਦੇ ਟਾਈਮ ਦੇ ਉੱਪਰ ਔਰ ਮਲਹੋਤਰਾ ਸਾਹਿਬ ਆਏ ਸੀ ਇੱਕ, ਉਹਨਾਂ ਦੇ ਟਾਈਮ ਦੇ ਉੱਪਰ ਪੁਲਿਸ ਨੇ ਦਮਨ ਦੀ ਲਹਿਰ ਚਲਾਈ ਪੰਜਾਬ ਦੇ ਸਿੱਖ ਨੌਜਵਾਨਾਂ ਉੱਪਰ, ਤਾਂ ਉਸ ਵੇਲੇ ਕੋਈ ਨਹੀਂ ਸੀ ਕੁਸਕਦਾ। ਉਦੋਂ ਵੀ ਸਾਡੇ ਵਰਗੇ ਬੰਦੇ ਹੀ ਬੋਲਦੇ ਸੀ। ਉਦੋਂ ਵੀ ਅਸੀਂ ਹੀ ਬੋਲਦੇ ਸੀ। ਅਸੀਂ ਉਸ ਵੇਲੇ ਬਹੁਤ ਰਿਸਕ ਲਿੱਤਾ। ਮੈਨੂੰ ਤਾਂ ਯਾਦ ਹੈ ਹੋਸਟਲ ਦੇ ਵਿੱਚੋਂ ਇੱਥੋਂ ਕਿਵੇਂ ਮਤਲਬ ਕਿ ਤੁਹਾਨੂੰ ਹਰਾਸ ਕਰਦੇ ਸੀ ਉਹ ਪੁਲਿਸ ਵਾਲੇ। 24 ਘੰਟੇ ਇੱਕ ਬੰਦਾ ਉਹਨਾਂ ਦਾ ਪਿੱਛੇ ਹੀ ਤੁਰਿਆ ਰਹਿੰਦਾ ਸੀਗਾ। ਤੁਸੀਂ ਕੁੜੀਆਂ ਨਾਲ ਬੈਠ ਕੇ ਸਮੋਸੇ ਖਾ ਰਹੇ ਹੋ, ਉਹ ਪਿੱਛੇ ਆ ਕੇ ਸਾਹਮਣੇ ਆ ਕੇ ਖੜਾ ਹੁੰਦਾ, ਤੁਸੀਂ ਕੀ ਕਰੋਗੇ? ਤਾਂ ਉਹ ਹਰਾਸਮੈਂਟ ਅਸੀਂ ਝੇਲੀ ਹੈ। ਜਦੋਂ ਤੁਹਾਨੂੰ ਉਹ ਸਾਈਕੋਲੋਜੀਕਲ ਤਰੀਕੇ ਨਾਲ ਝੇਲਦੇ ਰਹੇ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਯਾਰ ਤੁਸੀਂ ਬੋਲਣ ਵਾਲੇ ਬੰਦੇ ਕੋਈ ਵੀ ਹੋਣ, ਤੁਸੀਂ ਛੱਡ ਦਿਓ ਉਹਨਾਂ ਨੂੰ। ਉਹਨਾਂ ਦੀ ਭਲਾਈ ਇਸੇ 'ਚ ਹੈ, ਸਰਕਾਰਾਂ ਦੀ ਵੀ ਭਲਾਈ ਇਸੇ ਵਿੱਚ ਹੈ, ਸੁਸਾਇਟੀ ਦੀ ਭਲਾਈ ਵਿੱਚ ਵੀ ਇਹੋ ਜਿਹਾ ਕਿ ਕੁਝ ਲੋਕ ਬੋਲਦੇ ਰਹਿਣ। ਇਹ ਜਿਹੜੇ ਸੰਗੀ ਨੱਪ ਰਹੇ ਨਾ ਬੋਲਣ ਵਾਲੇ ਲੋਕਾਂ ਦੀ ਜਾਂ ਮੀਡੀਆ ਦੀ, ਇਹ ਪਛਤਾਣਗੇ ਲੋਕ। ਜਿਹੜੇ ਮਰਜ਼ੀ ਪੋਲੀਟੀਕਲ ਪਾਰਟੀ ਦੇ ਹੋਣੇ ਪਛਤਾਣਗੇ। ਮੇਰਾ ਲਾਸਟ ਸਵਾਲ ਹੀ ਹੈ ਬਸ, ਜਿਹੇ ਜਿਹਾ ਸੀਨ ਦਿਖਾਤਾ ਜਾਂ ਜਿਹੇ ਜਿਹੀ ਫਿਲਮ ਦਿਖਾਤੀ ਸਾਰੀ ਵੀ ਪਤਾ ਨਹੀਂ ਕੀ ਹੋ ਗਿਆ ਜਾਂ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਆ, ਤੁਹਾਨੂੰ ਲੱਗਦਾ ਵੀ ਇਹ ਤਾਂ ਜ਼ਿਆਦਾ ਹੀ ਥੋੜਾ ਜਿਹਾ ਅਤਿਆਚਾਰ ਹੋ ਗਿਆ, ਵੀ ਇਹ ਨਹੀਂ ਹੋਣਾ ਚਾਹੀਦਾ? ਆਪਾਂ ਨੂੰ ਪਤਾ ਹੈਗਾ ਵੀ ਠੀਕ ਹੈ, ਇੰਨਾ ਵੀ ਕੁਝ ਜ਼ਿਆਦਾ ਨਹੀਂ ਹੋਇਆ। ਹਾਂ, ਇਹ ਇੱਕ ਹਊਆ ਬਣਾਇਆ ਗਿਆ ਨੈਸ਼ਨਲ ਲੈਵਲ ਦੇ ਉੱਪਰ ਇਹਦਾ ਮਾਈਲੇਜ ਲੈਣ ਦੇ ਲਈ। ਪੰਜਾਬ ਤਾਂ ਸਮਝ ਚੁੱਕਿਆ ਇਹੋ ਜਿਹੀਆਂ ਚਾਲਾਂ ਨੂੰ। ਪੰਜਾਬ ਦੇ ਵਿੱਚ ਤਾਂ ਕਿਸੇ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਇਸ ਰੌਲੇ ਰੱਪੇ ਦਾ। ਜੇ ਕੋਈ ਸਰਕਾਰ ਸੋਚਦੀ ਹੋਵੇ ਕਿ ਉਹਨੂੰ ਕੋਈ ਫਾਇਦਾ ਹੋਊ, ਨੁਕਸਾਨ ਹੀ ਹੋਊ, ਸਾਰਿਆਂ ਨੂੰ ਨੁਕਸਾਨ ਹੀ ਹੋਊਗਾ। ਨੈਸ਼ਨਲ ਲੈਵਲ ਤੇ ਮੇਬੀ ਮਤਲਬ ਕਿ ਬੀਜੇਪੀ ਨੂੰ ਥੋੜਾ ਬਹੁਤ ਫਾਇਦਾ ਹੋ ਗਿਆ ਹੋਵੇ ਔਰ ਉਹ ਦੇਸ਼ ਸਾਹਮਣੇ, ਲੇਕਿਨ ਪੰਜਾਬ ਨੂੰ ਤਾਂ ਨੁਕਸਾਨ ਹੋਇਆ ਨਾ। ਖਾਸ ਤੌਰ ਤੇ ਸਿੱਖਾਂ ਨੂੰ ਤਾਂ ਨੁਕਸਾਨ ਹੋਇਆ ਨਾ। ਇੱਕ ਵਾਰੀ ਫਿਰ ਉਹਨਾਂ ਦੀ ਇਮੇਜ ਜਿਹੜੀ ਹੈਗੀ ਉਹ ਅੱਤਵਾਦੀਆਂ ਵਾਲੀ ਲੋਕਾਂ ਨੂੰ ਯਾਦ ਦਿਵਾਤਾ ਹੈ ਨਾ। 84 ਯਾਦ ਦਿਵਾਤਾ ਲੋਕਾਂ ਨੂੰ, ਉਹ ਸਾਰੇ ਦਾ ਸਾਰਾ ਮਾੜਾ ਕਾਂਡ ਯਾਦ ਦਿਵਾਤਾ ਔਰ ਇੱਕ ਵਾਰੀ ਫਿਰ ਮਤਲਬ ਕਿ ਪੰਜਾਬ ਨੂੰ ਮਤਲਬ ਕਿ ਸ਼ੱਕੀ ਸੂਬਾ ਬਣਾਤਾ। ਔਰ ਪੰਜਾਬ ਦੇ ਨਾਲ ਬਿਜ਼ਨਸ ਖਰਾਬ ਹੁੰਦਾ, ਇਹਦੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਸੱਟ ਵੱਜਦੀ ਹੈ। ਪੰਜਾਬ ਦੇ ਉੱਪਰ ਸਖਤੀ ਕਰਨ ਦੇ ਹੋਰ ਤਰੀਕੇ ਲੱਭ ਜਾਂਦੇ ਆ। ਖਾਸ ਤੌਰ ਤੇ ਆ ਬੰਦੀ ਸਿੰਘਾਂ ਵਾਲੀ ਤਾਂ ਗੱਲ ਹੀ ਰੁਲ ਗਈ ਸਾਰੀ ਦੀ ਸਾਰੀ।
ਕਿੱਡਾ ਵੱਡਾ ਮਸਲਾ ਸੀ ਕਿ ਸਾਡੇ ਕੁਝ ਲੋਕ ਅੰਦਰ ਬੈਠੇ ਹੈਗੇ ਤੇ ਉਹਦੇ ਉੱਪਰ ਤਾਂ ਹੁਣ ਗੱਲ ਹੀ ਨਹੀਂ ਹੋ ਰਹੀ ਨਾ, ਉਹਦਾ ਧਿਆਨ ਹੀ ਡਾਈਵਰਟ ਹੋ ਗਿਆ। ਬਹੁਤ ਸਾਰੀਆਂ ਗੱਲਾਂ, ਲਾਰੈਂਸ ਬਿਸ਼ਨੋਈ ਦਾ ਇੰਟਰਵਿਊ, ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਉੜ ਗਿਆ, ਔਰ ਕਿੰਨਾ ਕੁਝ ਜਿਹੜੇ ਵੱਡੇ ਸੁਸਾਇਟੀ ਦੇ ਵੱਡੇ ਸਵਾਲ ਸੀ ਔਰ ਪੋਲੀਟੀਕਲ ਫੇਲਿਅਰ ਦੇ ਜਿਹੜੇ ਵੱਡੇ ਸਵਾਲ ਸੀ, ਔਰ ਉਹ ਸਾਰੇ ਦੇ ਸਾਰੇ ਬਿਲਕੁਲ ਗਾਇਬ ਹੀ ਕਰ ਦਿੱਤੇ ਗਏ ਇਸ ਦੀ ਆੜ ਦੇ ਵਿੱਚ। ਔਰ ਤੁਸੀਂ ਹਿੰਡਨਬਰਗ ਰਿਪੋਰਟ ਦੀ ਗੱਲ ਹੀ ਨਹੀਂ ਕਰਦਾ, ਅਡਾਨੀ ਦੀ ਕੋਈ ਗੱਲ ਹੀ ਨਹੀਂ ਕਰਦਾ, ਹੈ ਨਾ। ਤਾਂ ਮਤਲਬ ਕਿ ਇਹ ਤਰੀਕੇ ਜਿਹੜੇ ਹੈਗੇ ਇਹ ਨੁਕਸਾਨ। ਇੱਥੇ ਤਾਂ ਛੋਟੀਆਂ ਛੋਟੀਆਂ ਇੰਟਰਵਿਊਆਂ ਉੱਡੀ ਜਾਂਦੀਆਂ, ਆਪਾਂ ਤਾਂ ਫਿਰ ਬਹੁਤ ਵੱਡੀਆਂ ਗੱਲਾਂ ਕਰਕੇ। ਹਾਂ, ਮਤਲਬ ਕਿ ਕੋਈ ਨਹੀਂ, ਸਰਕਾਰਾਂ ਨੂੰ ਇਹ ਗਲਤ ਫਹਿਮੀ ਹੈ ਕਿ ਉਹ ਇਹਨਾਂ ਤਰੀਕਿਆਂ ਦੇ ਨਾਲ ਸੱਚ ਨੂੰ ਦਬਾ ਲੈਂਦੇ ਆ। ਮੇਰੀ ਉਹਨਾਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਬੇਨਤੀ ਹੈ ਕਿ ਉਹ ਹੋਰ ਕੁਝ ਨਾ ਪੜ੍ਹਨ, ਉਹ ਘੱਟੋ ਘੱਟ ਦੁਨੀਆ ਦਾ ਇਤਿਹਾਸ ਜ਼ਰੂਰ ਪੜ੍ਹ ਲੈਣ। ਦੁਨੀਆ ਦੇ ਵਿੱਚ ਕਦੇ ਕੋਈ ਸਰਕਾਰ ਸਖਤੀ ਕਰਕੇ ਲੋਕਾਂ ਤੇ ਸਰਵਾਈਵ ਨਹੀਂ ਕਰ ਸਕੀ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨੀ ਸੌਖੀ ਹੈ, ਰਾਮ ਰਾਜ ਦੀ ਗੱਲ ਕਰਨੀ ਸੌਖੀ ਹੈ, ਪਰ ਇਹ ਬਹੁਤ ਔਖੀ ਹੈ। ਔਰ ਜਿਹੜੀ ਵੀ ਸਰਕਾਰ ਨੇ ਮਰਨਾ ਉਹ ਲੋਕਾਂ ਨੂੰ ਨਾਰਾਜ਼ ਕਰਨਾ ਸ਼ੁਰੂ ਕਰ ਦੇਵੇ। ਹੁਣ ਪੰਜਾਬ ਦੇ ਲੋਕ ਨਾਰਾਜ਼ ਹੋ ਰਹੇ, ਮੈਂ ਤੁਹਾਨੂੰ ਦੱਸਾਂ। ਪਰ ਮੈਂ ਦੱਸ ਦਿੰਦਾ, ਮੇਰੇ ਤੋਂ ਲਿਖਾ ਲਓ, ਅੱਜ ਇਹ ਮੇਰੀ ਭਵਿੱਖਬਾਣੀ ਹੈ ਕਿ ਪੰਜਾਬ ਦੇ ਲੋਕ ਨਾਰਾਜ਼ ਹੋ ਰਹੇ ਹਨ। ਉਹਨਾਂ ਦੀ ਨਾਰਾਜ਼ਗੀ ਸ਼ੁਰੂ ਹੋ ਚੁੱਕੀ ਹੈ। ਉਹ ਕਿੱਥੇ ਜਾ ਕੇ ਨਿਕਲੂਗੀ ਇਹ ਨਹੀਂ ਮੈਂ ਕਹਿ ਸਕਦਾ, ਪਰ ਹੁਣ ਉਹ ਨਾਰਾਜ਼ ਹੈ। ਜੀ ਪਾਲੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।